ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਾਨਿਆ ਐਜੂਕੇਸ਼ਨ ਸਰਵਿਸਿਜ਼ ਤੇ। ਦੋਸਤੋ ਅੱਜ ਅਸੀਂ ਲੈ ਕੇ ਆਏ ਹੋਏ ਹਾਂ ਹਾਜ਼ਰ ਤੁਹਾਡੇ ਲਈ ਜਿਹੜੀਆਂ ਵੀ ਸਮਿਟਸ ਇਸ ਸਾਲ ਹੋਈਆਂ ਨੇ, ਮੀਟਿੰਗਾਂ ਹੋਈਆਂ ਨੇ ਜਨਵਰੀ ਤੋਂ ਲੈ ਕੇ ਦਸੰਬਰ 2022 ਤੱਕ। ਤੇ ਇਹ ਸਾਰੇ ਕੁਐਸਚਨ ਜਿਹੜੀ ਮੀਟਿੰਗਾਂ ਕਰਾਂਗੇ ਤੁਹਾਡੇ ਆਉਣ ਵਾਲੇ ਜਿੰਨੇ ਵੀ ਪੇਪਰ ਨੇ PSSB ਦੇ ਜਾਂ ਕੋਈ ਵੀ ਹੋਰ ਪੇਪਰ ਨੇ ਉਹਨਾਂ ਸਾਰਿਆਂ ਲਈ ਇਹਨਾਂ ਵਿੱਚੋਂ ਇੱਕ ਕੁਐਸਚਨ ਬਣੇਗਾ ਹੀ ਬਣੇਗਾ। ਠੀਕ ਹੈ, ਸੋ ਜਿਵੇਂ ਕਿ ਪਹਿਲਾ ਕੁਐਸਚਨ ਹੈ, ਕਹਿੰਦਾ ਵਿਚ ਕੰਟਰੀ ਹੋਸਟਡ 14th ਬ੍ਰਿਕਸ ਸਮਿਟ। ਕਿਸ ਦੇਸ਼ ਨੇ 14ਵੇਂ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕੀਤੀ? ਤਾਂ ਇਸ ਦਾ ਸਹੀ ਆਨਸਰ ਆਏਗਾ ਚਾਈਨਾ। ਸੋ ਕਿਹੜੇ ਦੇਸ਼ ਨੇ ਕੀਤੀ ਵਿੱਚ ਸਹੀ ਆਨਸਰ ਕੀ ਆਊਗਾ? ਚਾਈਨਾ। ਸੋ ਯਾਨੀ ਚਾਈਨਾ ਨੇ ਬ੍ਰਿਕਸ ਸਮਿਟ ਇਸ ਵਾਰੀ ਹੋਸਟ ਕੀਤੀ ਹੈ। ਤੇ ਜਿਹੜੀ ਇਹ 14ਵੀਂ ਬ੍ਰਿਕਸ ਸਮਿਟ ਸੀ ਤੇ ਇਹ ਜਿਹੜੀ ਮੀਟਿੰਗ ਹੋਈ ਹੈ ਇਹ ਵਰਚੁਅਲੀ ਹੋਈ ਹੈ, ਯਾਨੀ ਆਨਲਾਈਨ ਹੀ ਹੋਈ ਹੈ। ਤੇ ਇਸ ਮੀਟਿੰਗ ਦਾ ਜਿਹੜਾ ਥੀਮ ਸੀ ਉਹ ਕਿਸੇ ਫੋਸਟਰ ਹਾਈ ਕੁਆਲਿਟੀ ਬ੍ਰਿਕਸ ਪਾਰਟਨਰਸ਼ਿਪ ਅਸਰ ਇਨ ਨਿਊ ਏਰੀਆ ਫॉर ਗਲੋਬਲ ਡਿਵੈਲਪਮੈਂਟ। ਕਈ ਵਾਰੀ ਪੇਪਰ ਦੇ ਵਿੱਚ ਥੀਮ ਪੁੱਛ ਲੈਂਦੇ ਨੇ ਵੀ 14th ਬ੍ਰਿਕਸ ਸਮਿਟ ਦਾ ਥੀਮ ਕੀ ਸੀ। ਜਿਹੜਾ 2021 ਦੇ ਵਿੱਚ ਜਿਹੜੀ ਹੋਈ ਸੀ ਉਹ 13ਵੀਂ ਮੀਟਿੰਗ ਹੋਈ ਸੀ, ਉਹ ਬ੍ਰਿਕਸ ਦੀ ਹੋਈ ਸੀ ਜਿਹੜੀ ਉਹ ਇੰਡੀਆ ਨੇ ਹੋਸਟ ਕਰੀ ਸੀ। ਕਈ ਵਾਰੀ ਪੁੱਛ ਲੈਂਦੇ ਨੇ 13ਵੀਂ ਕਿਹਨੇ ਕੀਤੀ ਸੀ ਹੋਸਟ? ਇੰਡੀਆ ਨੇ ਕੀਤੀ ਸੀ। ਠੀਕ ਹੈ ਜੀ। ਸੋ ਇਹ ਦੇਖੋ ਜਿਹੜੀ ਇਹਨਾਂ ਦੀ ਮੀਟਿੰਗ ਦਾ ਚੱਲਦਾ ਹੈ ਉਹ ਇੱਕ ਲੌਜਿਕ ਵਾਈਜ਼ ਚੱਲਦਾ, ਜਿਵੇਂ ਬ੍ਰਿਕਸ ਹੈ। ਠੀਕ ਹੈ, ਜਿਵੇਂ 2021 ਦੇ ਵਿੱਚ ਇੰਡੀਆ ਨੇ ਕੀਤੀ ਹੈ ਨਾ, 2022 ਦੇ ਵਿੱਚ ਕੌਣ ਨੇ ਕੀਤੀ? ਚਾਈਨਾ ਨੇ। ਤੇ 2023 'ਚ ਕੌਣ ਕਰੂਗਾ ਅੱਗੇ? ਅਗਲੀ ਕੰਟਰੀ ਕਿਹੜੀ? ਸਾਊਥ ਅਫਰੀਕਾ। ਠੀਕ ਹੈ, ਹੁਣ ਦੇਖੋ ਬ੍ਰਿਕਸ ਦੇ ਵਿੱਚ ਟੋਟਲ ਜਿਹੜੀ ਬਣੀ ਸੀ ਬ੍ਰਿਕਸ 2009 ਦੇ ਵਿੱਚ ਬਣੀ ਸੀ ਤੇ ਜਿਸ ਦਾ ਹੈੱਡਕੁਆਟਰ ਕਿੱਥੇ ਹੈ ਬੱਚੇ? ਸ਼ੰਘਾਈ ਦੇ ਵਿੱਚ ਹੈ। ਇਸ ਦੇ ਵਿੱਚ ਟੋਟਲ 5 ਮੈਂਬਰ ਨੇ। ਕਿਹੜੇ ਕਿਹੜੇ? ਬੀ ਤੋਂ ਇਹਨਾਂ ਦੇ ਹਰ ਇੱਕ ਕੰਟਰੀ ਦਾ ਪਹਿਲਾ ਵਰਡ ਲਿੱਤਾ ਹੋਇਆ, ਜਿਵੇਂ ਬੀ ਤੋਂ ਬ੍ਰਾਜ਼ੀਲ ਹੋ ਗਿਆ, ਆਰ ਤੋਂ ਰਸ਼ੀਆ ਹੋ ਗਿਆ, ਆਈ ਤੋਂ ਇੰਡੀਆ, ਸੀ ਤੋਂ ਚਾਈਨਾ ਤੇ ਐਸ ਤੋਂ ਸਾਊਥ ਅਫਰੀਕਾ। ਠੀਕ ਹੈ, ਬ੍ਰਿਕਸ ਦੇ ਵਿੱਚ 5 ਮੈਂਬਰ ਨੇ, ਯਾਨੀ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ। ਕਈ ਵਾਰੀ ਕੁਐਸਚਨ ਇਹ ਨਾ ਆ ਜਾਂਦਾ ਹੈ ਵੀ ਇਹਨਾਂ ਵਿੱਚੋਂ ਕਿਹੜਾ ਮੈਂਬਰ ਬ੍ਰਿਕਸ ਦਾ ਹੈਗਾ ਜਾਂ ਕਿਹੜਾ ਨਹੀਂ ਹੈਗਾ। ਠੀਕ ਹੈ ਬੱਚੇ, ਸੋ ਅੱਗੇ ਚੱਲਦੇ ਹਾਂ। ਸੋ ਇਹਨਾਂ ਦੇ ਕੰਮ ਕੀ ਨੇ, ਕਾਹਦੇ ਵਾਸਤੇ ਹੁੰਦੇ ਆ, ਇਹਦੇ ਲਈ ਆਪਾਂ ਅਲੱਗ ਵੀਡੀਓ ਬਣਾਵਾਂਗੇ। ਸਿਰਫ ਅੱਜ ਕੀ ਇਸ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਕਿਹੜੀਆਂ ਸਮਿਟਸ ਕਿੱਥੇ ਹੋ ਰਹੀਆਂ ਨੇ। ਠੀਕ ਹੈ, ਸੋ ਅਗਲੀ ਆ ਜਾਂਦੀ ਹੈ ਵਿਚ ਕੰਟਰੀ ਹੋਸਟਡ 17th G20 ਸਮਿਟ 2022। ਜਿਹੜੀ ਕਿਸ ਦੇਸ਼ ਨੇ 17ਵੀਂ G20 ਸਮਿਟ 2020 ਦੀ ਮੇਜ਼ਬਾਨੀ ਕੀਤੀ? ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਪੇਪਰ 'ਚ ਆ ਸਕਦਾ ਤੁਹਾਨੂੰ। ਤਾਂ ਇਸ ਦਾ ਸਹੀ ਆਨਸਰ ਆਏਗਾ ਇੰਡੋਨੇਸ਼ੀਆ। ਕਿਹਨੇ ਕੀਤਾ? ਇੰਡੋਨੇਸ਼ੀਆ। ਠੀਕ ਹੈ ਜੀ। ਸੋ G20 ਸਮਿਟ 2022 ਦਾ ਇਹ ਜਿਹੜੀ 17ਵੀਂ ਮੀਟਿੰਗ ਸੀ ਬੱਚੇ, ਇਹ 15 ਤੋਂ 16 ਨਵੰਬਰ ਦੇ ਵਿੱਚ 15-16 ਨਵੰਬਰ ਨੂੰ ਹੋਈ ਤੇ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਦੇ ਵਿੱਚ ਹੋਈ। ਠੀਕ ਹੈ, ਇਸ ਦਾ ਥੀਮ ਕੀ ਰਿਹਾ? ਰਿਕਵਰ ਟੂਗੈਦਰ, ਰਿਕਵਰ ਸਟਰੋਂਗਰ। ਠੀਕ ਹੈ, ਹੁਣ ਥੋੜਾ G20 ਬਾਰੇ ਦੇਖ ਲੈਂਦੇ ਹਾਂ। G20 ਦੀ ਜਿਹੜੀ ਫਾਊਂਡੇਸ਼ਨ ਹੈ ਉਹ 1999 ਦੇ ਵਿੱਚ ਹੋਈ ਹੈ। ਇਸ ਦੇ ਵਿੱਚ ਟੋਟਲ 20 ਕੰਟਰੀਆਂ ਨੇ, ਯਾਨੀ 19 ਕੰਟਰੀਆਂ ਨੇ ਪਲੱਸ ਇੱਕ ਯੂਰਪੀਅਨ ਯੂਨੀਅਨ ਹੈ। ਠੀਕ ਹੈ, ਇੰਡੀਆ ਜਿਹੜਾ ਇਹਦਾ ਮੈਂਬਰ ਬਣਿਆ ਸੀ 1999 ਦੇ ਵਿੱਚ ਹੀ ਬਣਿਆ ਸੀ। ਠੀਕ ਹੈ ਜੀ। ਤੇ ਇਸ 'ਚੋਂ ਆਪਣੇ ਇੰਡੀਆ G20 'ਚੋਂ ਕਿਹਨੇ ਆਪਣਾ ਕੀਤਾ? ਅਮਿਤਾਭ ਕਾਂਤ ਨੇ ਜਾ ਕੇ ਉੱਥੇ G20 'ਚ ਮਿਲਿਆ। 2022 ਦੇ ਵਿੱਚ ਇਹ ਇੰਡੋਨੇਸ਼ੀਆ 'ਚ ਹੋਈ ਹੈ। 2023 ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਹੋਊਗੀ। ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। 2022 ਦੇ ਵਿੱਚ ਇੰਡੋਨੇਸ਼ੀਆ, ਯਾਨੀ ਇਸ ਸਾਲ ਦਾ ਪੁੱਛਿਆ ਜਾਵੇ। 2023 ਦਾ ਜਿਹੜਾ ਪੁੱਛਿਆ ਜਾਵੇਗਾ ਤਾਂ 2023 ਦਾ ਆਪਣਾ 18ਵਾਂ ਐਡੀਸ਼ਨ ਹੋਊਗਾ G20 ਦਾ, ਤੇ ਉਹ ਆਪਣੀ ਇੰਡੀਆ ਦੇ ਵਿੱਚ ਹੋਣਾ। ਠੀਕ ਹੈ ਬੱਚੇ। ਔਰ 2024 ਦੇ ਵਿੱਚ ਕਿੱਥੇ ਹੋਣਾ ਬੱਚੇ? ਬ੍ਰਾਜ਼ੀਲ ਦੇ ਵਿੱਚ ਹੋਣਾ। 2024 'ਚ ਕਿੱਥੇ ਹੋਊਗਾ ਬੱਚੇ? ਬ੍ਰਾਜ਼ੀਲ ਦੇ ਵਿੱਚ ਹੋਊਗਾ। ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ, ਅਗਰ ਕਲੀਅਰ ਹੈ। ਸੋ ਦੇਖੋ G20 ਦੇ ਵਿੱਚ ਟੋਟਲ 20 ਕੰਟਰੀਜ਼ ਨੇ। ਇਹਨਾਂ ਨੂੰ ਯਾਦ ਰੱਖਣ ਦੀ ਇੱਕ ਟ੍ਰਿਕ ਹੈ। ट्रिक की है, गुरु जी सीता अब SSC FCI में काम करती है। तो ये तुम छाड़ दो, ये ले लो गुरु जी सीता अब SSC FCI में। ठीक है, तो देखो ਜਿਹੜੇ ਪਹਿਲੇ ਅੱਖਰ ਨੇ ਗੁਰੂ, ਗੁਰੂ ਦਾ ਮਤਲਬ G ਤੋਂ ਜਰਮਨੀ, U ਤੋਂ USA, R ਤੋਂ ਰਸ਼ੀਆ, U ਤੋਂ UK, G ਯਾਨੀ J ਤੋਂ ਜਾਪਾਨ, I ਤੋਂ ਇੰਡੀਆ, सीता, सीता तो की बनूगा S तो सऊदी अरेबिया, I तो इंडोनेशिया, T तो तुर्की ते A तो आस्ट्रेलिया। अब यानी ए बी, अब तो की हो गया? ए तो अर्जेंटीना, बी तो ब्राज़ील, SSC तो मतलब S तो साउथ कोरिया, साउथ अफ्रीका ते कनाडा, ते FCI का मतलब F तो फ्रांस, C तो चाइना, I तो इटली, में यानी कि M तो मैक्सीको ते E तो यूरोपीयन यूनियन। तो इन्होंने कंट्रियां तुम याद भी रख सकते हो। कई बार इन्होंने पूछना किहड़ा इहदा मैंबर हैगा किहड़ा नहीं हैगा। सो ठीक है, सो अगे चलते हैं बच्चे। अगला क्वेश्चन है, किहड़ी कंट्री ने 48th G7 समिट 2022 होस्ट की? यानी 48th G7 जी की वो किसने की? सो ये है सी जर्मनी। सो इस क्वेश्चन का सही आंसर आऊगा जर्मनी। ठीक है,
ਇਸ ਤੋਂ ਪਹਿਲਾਂ ਜਿਹੜੀ 47 ਜੀ ਸਮਿਟ ਹੋਈ ਸੀ 2021 ਦੇ ਵਿੱਚ, ਉਹ ਯੂਕੇ ਨੇ ਕੀਤੀ ਸੀ, ਠੀਕ ਹੈ। 2021 ਦੇ ਵਿੱਚ ਜਿਹੜੀ ਹੋਈ ਸੀ ਉਹ 47th ਹੋਈ ਸੀ, ਤੇ ਕਿਸ ਨੇ ਹੋਸਟ ਕੀਤੀ ਸੀ? ਉਹ ਯੂਕੇ ਨੇ। ਪਰ ਆਪਣੇ 2022 ਦਾ ਪੁੱਛਿਆ ਜਾਊਗਾ ਤਾਂ 2022 ਦੇ ਵਿੱਚ ਜਰਮਨੀ ਨੇ, ਤੇ 2023 ਦਾ ਵੀ ਪੁੱਛ ਸਕਦੇ ਨੇ ਵੀ 2023 ਦੀ ਕਿਤੇ ਹੋਗੀ? ਇਹ ਜਾਪਾਨ 'ਚ। ਇਹ ਹਰ ਸਾਲ ਹੁੰਦੀਆਂ ਨੇ ਸਮਿਟਸ ਬੱਚੇ, ਠੀਕ ਹੈ। ਹੁਣ G7 ਹੈ ਕੀ ਹੈ? ਗਰੁੱਪ ਆਫ 7 ਕੰਟਰੀਜ਼, ਠੀਕ ਹੈ, ਜਿਹੜੀ ਕਿ ਫਾਊਂਡੇਸ਼ਨ 1975 ਦੇ ਵਿੱਚ ਬਣਿਆ ਸੀ। ਇਹਦੇ ਵਿੱਚ 7 ਕੰਟਰੀਜ਼ ਨੇ ਪਲੱਸ ਇੱਕ ਯੂਰਪੀਅਨ ਯੂਨੀਅਨ ਹੈ, ਠੀਕ ਹੈ। ਇਹਦੇ ਵਿੱਚ 7 ਕੰਟਰੀ ਦੇਖੋ ਕੀ ਹੈ, ਇਹਨੂੰ ਯਾਦ ਰੱਖਣ ਦਾ ਹੈਗਾ। ਜੀ ਤੋਂ ਜਾਪਾਨ, USA, ਇਟਲੀ, ਕੈਨੇਡਾ, ਇੰਗਲੈਂਡ। ਜੀ ਤੋਂ ਜਰਮਨੀ, F ਤੋਂ ਫਰਾਂਸ, ਠੀਕ ਹੈ। 2022 'ਚ G7 ਹੋਸਟ ਕੀਤਾ। ਇਸ ਨੂੰ ਯਾਦ ਕਰਨ ਦਾ ਦੇਖੋ, ਜੀ ਤੋਂ ਕੀ ਬਣ ਗਿਆ? ਜੂਸ, ਤਾਂ ਕਿ GF, ਯਾਨੀ GF ਨੂੰ ਜੂਸ ਪਿਲਾਇਆ, ਇਹ ਕਹਿ ਸਕਦੇ ਹੋ। GF ਫॉर ਜੂਸ, ਠੀਕ ਹੈ। ਜੂਸ ਫॉर ਕਿਹਦੇ ਵਾਸਤੇ? GF ਵਾਸਤੇ। ਜੇ ਤੋਂ ਕੀ ਆ ਗਿਆ ਆਪਣੇ ਕੋਲ? ਜਾਪਾਨ ਆ ਗਿਆ ਬੱਚੇ। U ਤੋਂ USA ਹੋ ਗਿਆ। I ਤੋਂ ਕੀ ਹੋ ਗਿਆ? ਇਟਲੀ ਹੋ ਗਿਆ, ਠੀਕ ਹੈ। C ਤੋਂ ਕੀ ਹੋ ਗਿਆ? ਕੈਨੇਡਾ ਹੋ ਗਿਆ, ਤੇ E ਤੋਂ ਇੰਗਲੈਂਡ ਹੋ ਗਿਆ, ਤੇ G ਤੋਂ ਜਰਮਨੀ, ਤੇ F ਤੋਂ ਫਰਾਂਸ। ਇੰਡੀਆ ਦਾ ਮੈਂਬਰ ਨਹੀਂ ਹੈਗਾ, ਠੀਕ ਹੈ। ਤੇ ਯਾਦ ਰੱਖ ਲਓ, ਇਹ ਵੀ ਇੰਪੋਰਟੈਂਟ ਹੈ। 2022 ਦੀ ਸਮਿਟ ਕਿੱਥੇ ਹੋਈ ਹੈ? ਜਰਮਨੀ। ਤੇ ਇਹਨਾਂ ਦੇ ਐਡੀਸ਼ਨ ਜ਼ਰੂਰ ਯਾਦ ਰੱਖਿਓ, ਕਈ ਵਾਰੀ ਪੇਪਰ 'ਚ ਐਡੀਸ਼ਨ ਜ਼ਰੂਰ ਪੁੱਛੇ ਜਾਂਦੇ ਨੇ। ਹੁਣ ਵਿਚ ਕੰਟਰੀ ਹੋਸਟਡ ਬਾਈਮੈਸਟਿਕ ਸਮਿਟ 2022? ਬਿਮੈਸਟਿਕ ਸੰਮੇਲਨ 2022 ਦੀ ਮੇਜ਼ਬਾਨੀ ਕਿੰਨੇ ਕੀਤੀ? ਸੋ ਠੀਕ ਹੈ, ਸੋ ਇਹਦਾ ਆਨਸਰ ਆਊਗਾ ਸ਼੍ਰੀਲੰਕਾ। ਬਿਮੈਸਟਿਕ 2022 ਦੀ ਜਿਹੜੀ ਸੰਮੇਲਨ ਹੋਈ ਹੈ, ਇਸ ਨੂੰ ਕਿਸ ਨੇ ਹੋਸਟ ਕੀਤਾ? ਸ਼੍ਰੀਲੰਕਾ ਨੇ, ਠੀਕ ਹੈ। ਸੋ ਆਪਣਾ ਆਨਸਰ ਆਊਗਾ ਬਿਮੈਸਟਿਕ। ਇਹ 5ਵਾਂ ਐਡੀਸ਼ਨ ਸੀ, ਇਹ ਸ਼੍ਰੀਲੰਕਾ ਨੇ ਹੋਸਟ ਕੀਤਾ ਹੈ, ਠੀਕ ਹੈ। ਜਿਸ ਦਾ ਥੀਮ ਕੀ ਹੈ? ਟੁਵਰਡਸ ਆ ਰੈਜ਼ੀਲੈਂਟ ਰੀਜਨ, ਪ੍ਰੋਸਪੈਰਸ ਇਕਨੋਮਿਕਸ, ਹੈਲਥ, ਪੀਪਲ। ਸੋ ਮੈਂ ਪਹਿਲਾਂ ਕਹਿ ਰਿਹਾ, ਥੀਮ ਨੂੰ ਤੁਸੀਂ ਜ਼ਰੂਰ ਯਾਦ ਰੱਖੋ ਬੱਚੇ ਇਹਨਾਂ ਦੇ। ਬਿਮਸਟਿਕ ਦੀ ਆਪਾਂ ਪੜ੍ਹ ਲੈਂਦੇ ਹਾਂ, ਇਹਦਾ ਫੁੱਲ ਫਾਰਮ ਕੀ ਹੈ? ਬੇ ਆਫ ਬੰਗਾਲ ਇਨੀਸ਼ੀਏਟਿਵ ਫॉर ਮਲਟੀ ਸੈਕਟਰਲ ਟੈਕਨੀਕਲ ਐਂਡ ਇਕਨੋਮਿਕ ਕੋਆਪਰੇਸ਼ਨ, ਠੀਕ ਹੈ। ਪਹਿਲੀ ਗੱਲ ਤਾਂ ਇਹਨਾਂ ਦੀ ਫੁੱਲ ਫਾਰਮ ਬਹੁਤ ਅੱਛੀ ਇੰਪੋਰਟੈਂਟ ਹੈ। ਤੇ ਥੀਮ ਦੇਖੋ, ਇਹਨਾਂ ਬਾਰੇ ਬਿਮੈਸਟਿਕ ਦਾ ਕੀ ਕੰਮ ਹੈ, G7 ਦਾ ਕੀ ਕੰਮ ਹੈ, G20 ਦਾ ਕੀ ਕੰਮ ਹੈ, ਇਹਨਾਂ ਬਾਰੇ ਵੀਡੀਓ ਆਪਾਂ ਅਲੱਗ ਤੋਂ ਬਣਾਵਾਂਗੇ। ਪਰ ਇਸ ਵਾਰੀ ਇਸ ਵੀਡੀਓ ਦੇ ਵਿੱਚ ਸਿਰਫ ਆਪਾਂ ਇਹਨਾਂ ਦੀ ਸਮਿਟਸ ਕਿੱਥੇ ਹੋਈਆਂ ਨੇ ਉਹੀ ਦੇਖਾਂਗੇ, ਠੀਕ ਹੈ। ਬਿਮਸਟਿਕ ਦੇ 7 ਮੈਂਬਰ ਨੇ, ਇਹਦੇ ਵਿੱਚ ਕਿਹੜੇ ਕਿਹੜੇ? ਇੰਡੀਆ, ਥਾਈਲੈਂਡ, ਮਿਆਂਮਾਰ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਭੂਟਾਨ, ਠੀਕ ਹੈ। ਇਹਦਾ ਹੈੱਡਕੁਆਟਰ ਕਿੱਥੇ ਹੈ? ਢਾਕਾ, ਬੰਗਲਾਦੇਸ਼ ਦੇ ਵਿੱਚ। ਇਹ ਵੀ ਇੰਪੋਰਟੈਂਟ ਹੈ, ਕਈ ਵਾਰੀ ਪੁੱਛ ਲੈਂਦੇ। ਬਿਮੈਸਟਿਕ 10 ਮਿੰਟ ਦਾ ਜਿਹੜਾ ਹੈ, ਬਿਮੈਸਟਿਕ ਦਾ ਜਿਹੜਾ ਹੈੱਡਕੁਆਟਰ ਹੈ ਉਹ ਕਿੱਥੇ ਹੈ? ਢਾਕਾ, ਬੰਗਲਾਦੇਸ਼। ਤੇ ਇਸ ਵਾਰ ਕਿਹਨੇ ਹੋਸਟ ਕੀਤਾ? ਸ਼੍ਰੀਲੰਕਾ ਨੇ, ਠੀਕ ਹੈ ਜੀ। ਇਹ 5ਵਾਂ ਐਡੀਸ਼ਨ ਸੀ। ਵਿਚ ਕੰਟਰੀ ਹੋਸਟਡ ਨਾਟੋ ਸਮਿਟ 2022? ਨਾਟੋ ਸਮਿਟ 2022 ਕਿਸ ਦੇਸ਼ ਨੇ ਮੇਜ਼ਬਾਨੀ ਕੀਤੀ ਇਹਦੀ? ਤਾਂ ਇਸ ਦੀ ਜਿਹੜੀ ਮੇਜ਼ਬਾਨੀ ਕੀਤੀ ਉਹ ਸਪੇਨ ਨੇ ਕੀਤੀ। ਕਿਹਨੇ ਕੀਤੀ ਵਿੱਚ? ਸਪੇਨ ਨੇ, ਠੀਕ ਹੈ। ਇਹ 32ਵਾਂ ਨਾਟੋ ਸਮਿਟ ਸੀ, ਠੀਕ ਹੈ। ਇਸ ਦੀ ਹੋਸਟ ਸਿਟੀ ਕਿਹੜੀ ਸੀ? ਸਪੇਨ। ਸਪੇਨ ਦੇ ਵਿੱਚ ਕਿੱਥੇ? ਮੈਡਰਿਡ ਦੇ ਵਿੱਚ ਹੋਈ ਸੀ। ਹੁਣ ਨਾਟੋ ਦੀ ਫੁੱਲ ਫਾਰਮ ਕੀ ਹੈ? ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਵਰਲਡ ਲਾਰਜੈਸਟ ਮਿਲਟਰੀ ਅਲਾਇੰਸ ਹੈ, ਠੀਕ ਹੈ ਜੀ। ਹਾਂ, ਇਹ ਮਤਲਬ ਇਹਨਾਂ ਦਾ ਕੰਮ ਕੀ ਹੈ ਵੀ ਇਹਨਾਂ ਦੇ ਵਿੱਚ ਜਿਹੜੇ ਮੈਂਬਰਸ ਨੇ, ਇਹਨਾਂ ਪਰ ਕੋਈ ਜੇ ਦੇਸ਼ ਹਮਲਾ ਕਰਦਾ ਹੈ ਤਾਂ ਇਹ ਮੈਂਬਰਸ ਕੀ ਕਰਨਗੇ? ਉਸ ਨੂੰ ਬਚਾਉਣਗੇ, ਠੀਕ ਹੈ। ਮਤਲਬ ਇੱਕ ਦੂਜੇ ਨੂੰ ਹੈਲਪ ਕਰਨਗੇ, ਠੀਕ ਹੈ। ਇਸ ਦੀ ਫਾਰਮੇਸ਼ਨ ਜਿਹੜੀ ਹੋਈ ਸੀ 1949 'ਚ ਹੋਈ ਹੈ। ਇਸ ਦੇ ਜਿਹੜੇ ਹੈੱਡਕੁਆਟਰਸ ਨੇ ਕਿਹੜੇ ਕਿਹੜੇ ਨੇ? ਬਰੁਸਲ, ਬੈਲਜੀਅਮ 'ਚ ਹੈ। ਸੌਰੀ, ਹੈੱਡਕੁਆਟਰ ਕਿੱਥੇ ਹੈ? ਬਰੁਸਲ ਯਾਨੀ ਬੈਲਜੀਅਮ ਦੇ ਵਿੱਚ। ਇਸ ਦੇ ਵਿੱਚ ਟੋਟਲ 30 ਮੈਂਬਰ ਨੇ। ਲੇਟੈਸਟ ਜਿਹੜਾ ਮੈਂਬਰ ਬਣਿਆ ਉਹ ਨਾਰਥ ਮੈਕਡੋਨੀਆ ਬਣਿਆ, ਠੀਕ ਹੈ। ਮੈਕਡੋਨੀਆ, ਠੀਕ ਹੈ। ਹੁਣ ਨਾਟੋ CEO ਕੀ ਹੈ? ਦੇਖੋ, ਨਾਟੋ ਸੀ ਕੀ ਹੈ? ਫਸਟ ਏਸ਼ੀਅਨ ਕੰਟਰੀ ਜੁਆਇਨ ਨਾਟੋ ਸਾਈਬਰ ਡਿਫੈਂਸ ਗਰੁੱਪ ਨੂੰ, ਠੀਕ ਹੈ। ਤੇ ਸਾਊਥ ਕੋਰੀਆ, ਕੋਲੰਬੀਆ ਗਿਵਨ ਹੈ ਮੇਜਰ ਨੌਨ ਨਾਟੋ ਅਲਾਈਡ ਗਿਵਨ ਹੈ ਸਟੇਟਸ, ਠੀਕ ਹੈ ਬੱਚੇ। ਕੋਲੰਬੀਆ ਨੂੰ ਕਿਹੜਾ ਸਟੇਟਸ ਗਿਵਨ ਹੈ? ਨੌਨ ਨਾਟੋ ਅਲਾਈਡ। ਬਸ ਮੇਨਲੀ ਬੱਚੇ ਇਸ 'ਚ ਕੀ ਇੰਪੋਰਟੈਂਟ ਹੈ ਤੁਹਾਡਾ ਵੀ ਨਾਟੋ ਸਮਿਟ ਕਿੱਥੇ ਹੋਈ ਹੈ? ਸਪੇਨ, ਸਪੇਨ ਦੇ ਵਿੱਚ ਕਿੱਥੇ? ਮੈਡਰਿਡ ਦੇ ਵਿੱਚ, ਠੀਕ ਹੈ। ਔਰ ਇਹ 32ਵਾਂ ਐਡੀਸ਼ਨ ਸੀ, ਇਹ ਬਹੁਤ ਇੰਪੋਰਟੈਂਟ, ਠੀਕ ਹੈ ਜੀ। ਕੁਆਡ ਸਮਿਟ 2022 ਹੈਲਡ ਵਿਚ ਆਫ ਦਾ ਸਿਟੀ, ਠੀਕ ਹੈ। ਕੁਆਡ ਸੰਮੇਲਨ ਜਿਹੜਾ 2022 ਹੋਇਆ ਉਹ ਕਿਹੜੇ ਸ਼ਹਿਰ ਦੇ ਵਿੱਚ ਆਯੋਜਿਤ ਕੀਤਾ ਗਿਆ, ਠੀਕ ਹੈ। ਜਿਹੜਾ ਕੁਆਡ ਹੋਇਆ ਬੱਚੇ, ਉਹ ਜਿਹੜਾ ਹੋਇਆ ਉਹ ਟੋਕੀਓ ਜਾਪਾਨ ਦੇ ਵਿੱਚ ਹੋਇਆ। ਕਿਤੇ ਹੋਇਆ? ਟੋਕੀਓ ਜਾਪਾਨ, ਠੀਕ ਹੈ। ਇਸ ਦੇ ਵਿੱਚ 4 ਦੇਸ਼ ਆਉਂਦੇ ਨੇ, ਠੀਕ ਹੈ ਜੀ। ਕਿਹੜੇ ਕਿਹੜੇ? ਦੇਖੋ, ਇੰਡੀਆ, USA, ਜਾਪਾਨ। ਦੇਖੋ ਕਿਹੜੇ ਕਿਹੜੇ ਦੇਸ਼ ਆਉਂਦੇ ਨੇ? ਇੰਡੀਆ, USA, ਜਾਪਾਨ, ਆਸਟ੍ਰੇਲੀਆ, ਠੀਕ ਹੈ। ਇਹਨਾਂ ਦਾ ਇਹ ਗਰੁੱਪ ਹੈ, ਠੀਕ ਹੈ। ਇਹ ਸਮੁੰਦਰੀ ਦੇ ਪਾਣੀ ਨਾਲ ਲੈ ਕੇ ਕੁਛ ਹੈਗਾ ਇਹਨਾਂ ਦਾ, ਠੀਕ ਹੈ। ਸੋ ਕੁਆਡ ਸਮਿਟ ਜਿਹੜਾ 2022 ਹੈ ਇਹ ਟੋਕੀਓ ਜਾਪਾਨ ਦੇ ਵਿੱਚ ਹੋਇਆ ਇਸ ਵਾਰ। ਇਸ ਦਾ ਇਸ ਵਾਰੀ ਜਿਹੜਾ ਫੋਕਸ ਹੈ ਉਹ ਕੀ ਹੈ? ਇਸ਼ੂ ਇਨ ਇੰਡੋ ਪੈਸੀਫਿਕ ਰੀਜਨ, ਠੀਕ ਹੈ। ਇਸ਼ੂਜ਼ ਇਨ ਇੰਡੋ ਪੈਸੀਫਿਕ ਰੀਜਨ, ਮਤਲਬ ਇਹਨਾਂ ਦੇ ਉੱਪਰ ਬਣਾਈ ਗਈ ਹੈ ਫੋਕਸ ਜਿਹੜੀ ਬਣੀ ਹੋਈ ਹੈ ਕੁਆਡ, ਠੀਕ ਹੈ। ਉਹਨਾਂ ਦੇ ਜਿਹੜੇ ਇੰਡੋ ਸਮੁੰਦਰ ਪੈਸੀਫਿਕ ਰੀਜਨ ਦੇ ਵਿੱਚ ਜਿਹੜੇ ਇਸ਼ੂਸ ਨੇ ਸਮੁੰਦਰ ਨੂੰ ਲੈ ਕੇ, ਉਹਨਾਂ ਦੇ ਉੱਪਰ ਇਹ ਕੁਆਡ ਮੀਟਿੰਗ ਬਣੀ ਹੈ।
ਕੁਆਡ ਦੀ ਫੁੱਲ ਫਾਰਮ ਕੀ ਆ? ਕੁਆਡਰਲੇਟਰਲ ਸਿਕਿਉਰਿਟੀ ਡਾਇਲੋਗ। ਠੀਕ ਹੈ, ਇਹ ਕਦੋਂ ਬਣੀ ਸੀ? 2007 ਦੇ ਵਿੱਚ ਬਣੀ ਸੀ। ਠੀਕ ਹੈ, ਕੁਆਡ ਸਮਿਟ ਜਿਹੜੀ 2022 ਕਿਤੇ ਹੋਈ ਹੈ? ਟੋਕੀਓ ਜਾਪਾਨ ਦੇ ਵਿੱਚ ਹੋਈ ਹੈ। ਇਸ ਦਾ ਮੇਨ ਕੀ ਹੈ? ਇੰਡੋ ਪੈਸੀਫਿਕ ਰੀਜਨ ਦੇ ਵਿੱਚ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਸੋਲਵ ਕਰਨਾ। ਤੇ ਕੁਆਡਰਲੇਟਰਲ ਸਿਕਿਉਰਿਟੀ ਡਾਇਲੋਗ ਹੈ ਤੇ 2007 ਦੇ ਵਿੱਚ ਇਹ ਬਣੀ ਸੀ। ਇਸ ਦੇ 4 ਮੈਂਬਰ ਨੇ, ਇੰਡੀਆ, USA, ਜਾਪਾਨ, ਆਸਟ੍ਰੇਲੀਆ। ਇਸੇ ਤਰ੍ਹਾਂ ਇੱਕ ਹੋਰ ਬਣੀ ਹੋਈ ਆ I2U2। ਠੀਕ ਹੈ, ਉਹ ਅੱਗੇ ਪੜ੍ਹਦੇ ਹਾਂ। ਕਹਿੰਦਾ ਵਿਚ who has participated in the first I2U2 virtual summit, ਠੀਕ ਹੈ, from India। ਕਹਿੰਦਾ ਜਿਸਨੇ ਭਾਰਤ ਤੋਂ ਪਹਿਲੇ I2U2 ਵਰਚੁਅਲ ਸੰਮੇਲਨ ਵਿੱਚ ਹਿੱਸਾ ਲਿਆ, ਉਹ ਕਿਹਨੇ ਲਿੱਤਾ? ਤੋਂ ਭਾਰਤ ਵੱਲੋਂ ਕਿਹਨੇ ਲਿੱਤਾ ਬੱਚੇ? ਉਹ ਲਿੱਤਾ ਆਪਣੇ ਨਰਿੰਦਰ ਮੋਦੀ ਨੇ। ਕਿਹਨੇ ਲਿੱਤਾ? ਨਰਿੰਦਰ ਮੋਦੀ ਨੇ। ਠੀਕ ਹੈ ਜੀ, ਵਰਚੁਅਲ ਚੋਂ। ਠੀਕ ਹੈ, ਸੋ I2U2 ਚ ਕੀ ਹੈ? ਦੇਖੋ, ਇਹ ਵੀ 4 ਕੰਟਰੀ ਦੇ ਗਰੁੱਪ ਹੈ। I ਤੋਂ 2 ਵਾਰੀ I, 2 ਵਾਰੀ U। ਪਹਿਲੇ I ਤੋਂ ਯਾਨੀ ਇੰਡੀਆ, ਇਜ਼ਰਾਈਲ, U ਤੋਂ UAE ਤੇ USA। ਠੀਕ ਹੈ, ਇਸ ਨੂੰ ਅਸੀਂ I2U2 ਨੂੰ ਵੈਸਟ ਏਸ਼ੀਅਨ ਕੁਆਡ ਵੀ ਕਹਿ ਦਿੰਦੇ ਹਾਂ। ਵੈਸਟ ਏਸ਼ੀਅਨ ਕੁਆਡ ਵੀ, ਇਹ ਵੀ ਕੁਐਸਚਨ ਆ ਜਾਂਦਾ ਵੀ I2U2 ਨੂੰ ਹੋਰ ਕੀ ਕਿਹਾ ਜਾਂਦਾ ਹੈ? ਵੈਸਟ ਏਸ਼ੀਅਨ ਕੁਆਡ। ਇਹਨਾਂ ਦਾ ਏਮ ਕੀ ਹੈ? ਦੇਖੋ, ਟੂ ਐਨਕਰੇਜ ਜੁਆਇੰਟ ਇਨਵੈਸਟਮੈਂਟ ਇਨ 6 ਏਰੀਆ, ਯਾਨੀ ਕਿ ਇਹਨਾਂ ਦਾ ਏਮ ਕੀ ਹੈ ਵੀ 6 ਏਰੀਆ ਦੇ ਵਿੱਚ ਆਪਸ ਦੇਸ਼ਾਂ ਵਿੱਚ ਇਨਵੈਸਟਮੈਂਟ ਨੂੰ ਵਧਾਉਣਾ। ਕਿਸੇ 'ਚ ਵਾਟਰ ਦੇ ਵਿੱਚ, ਐਨਰਜੀ ਤੇ, ਟਰਾਂਸਪੋਰਟੇਸ਼ਨ ਤੇ, ਸਪੇਸ ਤੇ, ਹੈਲਥ ਤੇ ਫੂਡ ਸਿਕਿਉਰਿਟੀ ਦੇ ਉੱਪਰ। ਠੀਕ ਹੈ, ਇਹਨਾਂ 'ਚ ਆਪਾਂ ਨੂੰ ਇਨਵੈਸਟਮੈਂਟ ਨੂੰ ਵਧਾਉਣਾ, ਇਹਨਾਂ ਦੀ ਟ੍ਰੇਡਿੰਗ ਨੂੰ ਵਧਾਉਣਾ ਇਸ ਤਰ੍ਹਾਂ। ਤੇ UAE ਨੇ ਆਪਣਾ ਅਨਾਉਂਸ ਕੀਤਾ ਸੀ ਇਨਵੈਸਟ ਕਰਨ ਦਾ $2 ਬਿਲੀਅਨ ਫੂਡ ਪਾਰਕਸ ਬਣਾਉਣ ਲਈ ਇੰਡੀਆ ਦੇ ਵਿੱਚ। ਠੀਕ ਹੈ, ਇਹ ਵੀ ਯਾਦ ਰੱਖਣਾ। UAE ਨੇ ਇਨਵੈਸਟ ਕੀਤਾ ਸੀ, ਅਨਾਉਂਸ ਕੀਤਾ ਸੀ ਵੀ ਅਸੀਂ ਇੰਡੀਆ ਦੇ ਵਿੱਚ ਫੂਡ ਪਾਰਕ ਬਣਾਉਣ ਲਈ $2 ਬਿਲੀਅਨ ਇਨਵੈਸਟ ਕਰਾਂਗੇ ਇੰਡੀਆ ਦੇ ਵਿੱਚ। ਠੀਕ ਹੈ, ਸੋ ਇਹ I2U2 ਵਿੱਚ ਸੰਮੇਲਨ ਕਿਹਨੇ ਲਿੱਤਾ ਸੀ? ਨਰਿੰਦਰ ਮੋਦੀ ਨੇ। ਇਹ ਵਰਚੁਅਲ ਹੋਈ ਸੀ। ਠੀਕ ਹੈ ਜੀ, ਆਨਲਾਈਨ। ਵਿਚ ਕੰਟਰੀ ਹੋਸਟਡ 40th ਐਂਡ 41 ਏਸ਼ੀਅਨ ਸਮਿਟ। ਠੀਕ ਹੈ, ਆਸੀਅਨ ਸਮਿਟ, ਸੌਰੀ। ਕਿਸ ਦੇਸ਼ ਨੇ 40ਵੀਂ ਅਤੇ 41ਵੀਂ ਆਸੀਅਨ ਸੰਮੇਲਨ ਦੀ ਮੇਜ਼ਬਾਨੀ ਕੀਤੀ? ਤਾਂ ਇਸ ਦਾ ਆਨਸਰ ਆਊਗਾ ਤੁਹਾਡਾ ਕੰਬੋਡੀਆ। ਕੀ ਆਏਗਾ? ਕੰਬੋਡੀਆ। ਜਿਹੜੀ 40 ਤੇ 14 ਆਸੀਅਨ ਸਮਿਟ ਹੋਈ ਹੈ, ਇਹ 10 ਤੋਂ ਲੈ ਕੇ 13 ਨਵੰਬਰ 'ਚ ਹੋਈ ਹੈ, ਜਿਸ ਨੂੰ ਫੋਨਮ ਵੈਨ ਕੰਬੋਡੀਆ ਨੇ ਹੋਸਟ ਕੀਤਾ। ਤੇ ਇਸ ਦਾ ਜਿਹੜਾ ਹੋਸਟ ਲੀਡਰ ਸੀ ਉਹ ਹੁਨ ਸੈਨ ਹੈ, ਜੋ ਕਿ ਕੰਬੋਡੀਆ ਦਾ ਕੀ ਹੈ? ਪ੍ਰਾਈਮ ਮਿਨਿਸਟਰ ਹੈ। ਠੀਕ ਹੈ ਜੀ, ਹੁਣ ਆਸੀਅਨ ਸਮਿਟ ਹੈ ਕੀ ਹੈ? ਦੇਖੋ, ਆਸੀਅਨ ਕੀ ਹੈ? ਆਸੀਅਨ ਦੀ ਫੁੱਲ ਫਾਰਮ ਪੁੱਛ ਲੈਂਦੇ ਨੇ। ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨ। ਠੀਕ ਹੈ, ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ। ਠੀਕ ਹੈ ਜੀ, ਇਹਦੇ ਵਿੱਚ 10 ਮੈਂਬਰ ਨੇ। ਸਾਊਥ ਏਸ਼ੀਅਨ ਜਿਹੜੀ ਕੰਟਰੀਜ਼ ਉਹਨਾਂ ਦੇ 10 ਮੈਂਬਰਸ ਨੇ। ਸੋ ਇਹਦੀ ਫਾਊਂਡੇਸ਼ਨ 1967 ਦੇ ਵਿੱਚ ਹੋਈ। ਇਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਜਕਾਰਤਾ ਯਾਨੀ ਇੰਡੋਨੇਸ਼ੀਆ ਦੇ ਵਿੱਚ ਹੈ। ਠੀਕ ਹੈ, ਇਸ ਦੇ ਵਿੱਚ ਜਿਹੜੀ 10 ਕੰਟਰੀਜ਼ ਨੇ ਕਿਹੜੀਆਂ ਨੇ, ਇਸ ਨੂੰ ਯਾਦ ਕਰਨ ਦੀ ਇੱਕ ਟ੍ਰਿਕ ਹੈ। ਠੀਕ ਹੈ, I did MBBS in private limited college। ਠੀਕ ਹੈ, ਆਪਾਂ ਨੇ I did ਤੋਂ ਚੱਕਣਾ ਨਹੀਂ, MBBS in private limited college, CO ਚੱਕ ਲੈਣਾ। MBBS ਤੋਂ ਦੇਖੋ ਮਤਲਬ ਕੀ ਹੋ ਗਿਆ? M ਤੋਂ ਕੀ ਹੋ ਗਿਆ? ਮਲੇਸ਼ੀਆ, ਬਰੂਨੀ, ਬਰਮਾ। ਠੀਕ ਹੈ, S ਤੋਂ ਸਿੰਗਾਪੁਰ। ਇਨ ਤੋਂ ਮਤਲਬ ਕੀ ਹੋ ਗਿਆ? ਇੰਡੋਨੇਸ਼ੀਆ। ਪ੍ਰਾਈਵੇਟ ਯਾਨੀ PBT ਤੋਂ ਫਿਲੀਪੀਨਸ, ਵਿਟਨ ਤੇ ਥਾਈਲੈਂਡ। ਲਿਮਟਿਡ ਤੋਂ ਲਾਓਸ ਤੇ C ਤੋਂ ਕਾਲਜ ਤੋਂ ਕੰਬੋਡੀਆ। ਇਹ ਆਪਣੇ ਏਸ਼ੀਅਨ ਦੇ 10 ਮੈਂਬਰ ਨੇ। ਸੋ ਕਈ ਵਾਰੀ ਇਹ ਵੀ ਪੁੱਛ ਲੈਂਦੇ ਨੇ, ਤੁਸੀਂ ਨੋਟ ਕਰ ਲਿਓ, ਨੋਟਸ ਵਧੀਆ ਬਣਾ ਲਿਓ। ਠੀਕ ਹੈ, ਤੇ ਅਗਲਾ ਹੈ 17 ਈਸਟ ਏਸ਼ੀਆ ਸਮਿਟ 2022 ਹੈਲਡ ਇਨ ਵਿਚ ਕੰਟਰੀ। 17ਵਾਂ ਪੂਰਬੀ ਏਸ਼ੀਅਨ ਸੰਮੇਲਨ ਕਿਸ ਦੇਸ਼ ਵਿੱਚ ਆਯੋਜਿਤ ਕੀਤਾ ਗਿਆ? ਠੀਕ ਹੈ ਜੀ, 17ਵਾਂ ਏਸ਼ੀਅਨ, ਤਾਂ ਇਹ ਜਿਹੜਾ ਕੀਤਾ ਗਿਆ ਬੱਚੇ, ਇਹ ਵੀ ਕੰਬੋਡੀਆ। ਇਹਦਾ ਕੀ ਆਊਗਾ? ਕੰਬੋਡੀਆ। ਠੀਕ ਹੈ, ਇਹ 17ਵਾਂ ਈਸਟ ਸਮਿਟ ਜਿਹੜਾ ਹੋਇਆ 2022 'ਚ ਫਿਨੋਮ ਫੇਨ ਯਾਨੀ ਕੰਬੋਡੀਆ ਦੇ ਵਿੱਚ। ਪਾਰਟੀਸਪੇਟਿਡ ਫਰੋਮ ਇੰਡੀਆ। ਇੰਡੀਆ 'ਚੋਂ ਕਿੰਨੇ ਪਾਰਟੀਸਪੇਟ ਕੀਤਾ? ਜਗਦੀਪ ਧਨਕਰ ਨੇ, ਜੋ ਕਿ ਆਪਣੇ ਵਾਈਸ ਪ੍ਰੈਜ਼ੀਡੈਂਟ ਨੇ। ਇਹ ਵੀ ਇੰਪੋਰਟੈਂਟ ਹੈ ਵੀ ਇੰਡੀਆ ਵੱਲੋਂ ਕਿੰਨੇ ਪਾਰਟੀਸਪੇਟ ਕੀਤਾ? ਜਗਦੀਪ ਧਨਕਰ ਨੇ, ਜੋ ਕਿ ਆਪਣੇ ਵਾਈਸ ਪ੍ਰੈਜ਼ੀਡੈਂਟ ਨੇ। ਈਸਟ ਏਸ਼ੀਆ ਸਮਿਟ ਇਹ ਕੀ ਹੈ? ਇੱਕ ਜਿਹੜੀ ਈਸਟ ਏਸ਼ੀਆ ਸਮਿਟ ਹੈ ਇੱਕ ਰੀਜਨਲ ਫਾਰਮ ਹੈ। ਇਸ ਦੇ ਵਿੱਚ ਟੋਟਲ 18 ਮੈਂਬਰ ਨੇ ਤੇ ਇੰਡੀਆ ਵੀ ਇਸ ਦਾ ਇੱਕ ਮੈਂਬਰ ਹੈ, ਇਸ ਲਈ ਇਹ ਇੰਪੋਰਟੈਂਟ ਹੋ ਜਾਂਦਾ ਹੈ। ਠੀਕ ਹੈ ਜੀ, ਕਹਿੰਦਾ ਵਿਚ ਕੰਟਰੀ ਹੋਸਟਡ ਅਪੈਕਸ ਸਮਿਟ 2022। ਕਿਸ ਦੇਸ਼ ਨੇ ਅਪੈਕਸ ਸੰਮੇਲਨ 2022 ਦੀ ਮੇਜ਼ਬਾਨੀ ਕੀਤੀ? ਠੀਕ ਹੈ, ਤਾਂ ਇਸ ਦਾ ਸਹੀ ਆਨਸਰ ਕੀ ਆਊਗਾ? ਇਸ ਵਾਰ ਜਿਹੜੀ ਕੀਤੀ ਹੈ ਥਾਈਲੈਂਡ ਨੇ। ਇਸ ਵਾਰ ਜਿਹੜੀ ਕੀਤੀ ਹੈ ਕਿਸਨੇ ਕੀਤੀ ਹੈ? ਥਾਈਲੈਂਡ ਨੇ। ਸੋ ਇਸ ਕੁਐਸਚਨ ਦਾ ਸਹੀ ਆਨਸਰ ਕੀ ਆਊਗਾ? ਥਾਈਲੈਂਡ। ਅਪੈਕ 2022 ਦੀ ਜਿਹੜੀ ਮੇਜ਼ਬਾਨੀ ਕੀਤੀ ਹੈ ਉਹ ਥਾਈਲੈਂਡ ਨੇ ਕੀਤੀ ਹੈ ਇਸ ਵਾਰ।
ਤਾਂ ਇਸ ਦੀ ਫੁੱਲ ਫਾਰਮ ਕੀ ਹੈ? ਏਸ਼ੀਆ ਪੈਸੀਫਿਕ ਇਕਨੋਮਿਕ ਕਾਰਪੋਰੇਸ਼ਨ। ਠੀਕ ਹੈ ਜੀ, ਐਪੈਕ ਦੀ ਫੁੱਲ ਫਾਰਮ ਕੀ ਹੈ? ਏਸ਼ੀਆ ਪੈਸੀਫਿਕ ਇਕਨੋਮਿਕ ਕਾਰਪੋਰੇਸ਼ਨ। ਇਹ 1999 ਦੇ ਵਿੱਚ ਬਣਿਆ ਹੈ। ਇਸ ਦਾ ਹੈੱਡਕੁਆਟਰ ਕਿੱਥੇ ਹੈ? ਸਿੰਗਾਪੁਰ ਹੈ। ਇਸ ਦੇ ਵਿੱਚ ਟੋਟਲ 21 ਕੰਟਰੀਆਂ ਨੇ ਤੇ ਇੰਡੀਆ ਇਸ ਦਾ ਮੈਂਬਰ ਨਹੀਂ ਹੈ। ਐਪੈਕ ਦਾ ਮੈਂਬਰ ਇੰਡੀਆ ਨਹੀਂ ਹੈ। 2023 ਦੇ ਵਿੱਚ ਜਿਹੜੀ ਇਸ ਨੂੰ ਹੋਸਟ ਕੰਟਰੀ ਕਰ ਰਹੀ ਹੈ ਉਹ ਯੂਨਾਈਟਿਡ ਸਟੇਟਸ ਯਾਨੀ USA ਕਰੇਗਾ। ਠੀਕ ਹੈ, ਤੋ ਇਸ ਵਾਰ ਦਾ ਐਪੈਕ ਦਿਵਸ ਤੁਸੀਂ ਯਾਦ ਰੱਖਣਾ ਵੀ ਇਸ ਵਾਰ ਐਪੈਕ ਕਿੱਥੇ ਹੋਇਆ? ਥਾਈਲੈਂਡ ਦੇ ਵਿੱਚ ਹੋਇਆ। ਠੀਕ ਹੈ ਜੀ। ਕਹਿੰਦਾ 5th ਅਸੈਂਬਲੀ ਆਫ ਇੰਟਰਨੈਸ਼ਨਲ ਸੋਲਰ ਅਲਾਇੰਸ ਹੈਲਡ ਇਨ ਵਿਚ ਸਿਟੀ। ਇੰਟਰਨੈਸ਼ਨਲ ਸੋਲਰ ਅਲਾਇੰਸ ਦੀ 5ਵੀਂ ਅਸੈਂਬਲੀ ਕਿਸ ਸ਼ਹਿਰ ਵਿੱਚ ਹੋਈ? ਠੀਕ ਹੈ, ਇਹ ਪੁੱਛਿਆ ਕਿਸ ਸ਼ਹਿਰ 'ਚ ਹੋਈ ਹੈ, ਤਾਂ ਇਹ ਜਿਹੜੀ ਹੋਈ ਹੈ ਬੱਚੇ ਉਹ ਹੋਈ ਹੈ ਆਪਣੀ ਦਿੱਲੀ ਦੇ ਵਿੱਚ। ਕਿੱਥੇ ਹੋਈ ਹੈ? ਦਿੱਲੀ ਦੇ ਵਿੱਚ। ਠੀਕ ਹੈ, 5th ਅਸੈਂਬਲੀ ਕਿੱਥੇ ਹੋਈ ਹੈ? ਦਿੱਲੀ, ਹਿਲਡ ਇਨ ਦਿੱਲੀ। ਇਸ ਨੂੰ ਕਿਹਨੇ ਬਣਾਇਆ? ਕਿਹਨੇ ਕੀਤਾ ਸੀ? RK ਸਿੰਘ, ਜੋ ਕਿ ਕਿਨੇ ਸਾਡੇ ਮਿਨਿਸਟਰੀ ਆਫ ਪਾਵਰ, ਨਿਊ ਐਂਡ ਰੀਨਿਊਏਬਲ એનર્ਜੀ ਦੇ। ਠੀਕ ਹੈ ਜੀ, ਮਿਨਿਸਟਰ ਆਫ ਪਾਵਰ, ਨਿਊ ਐਂਡ ਰੀਨਿਊਏਬਲ એનર્ਜੀ ਦੇ ਕੌਣ? RK ਸਿੰਘ। ਸੋ ਇਸ ਲਈ ਇਹਨਾਂ ਦੇ ਇਹ ਵੀ ਪੁੱਛ ਲੈਂਦੇ ਨੇ ਵੀ ਆਪਣੇ ਮਿਨਿਸਟਰ ਆਫ ਪਾਵਰ, ਨਿਊ ਰੀਨਿਊਏਬਲ એનર્ਜੀ ਕੌਣ ਨੇ? ਤਾਂ RK ਸਿੰਘ ਨੇ। ਠੀਕ ਹੈ ਜੀ। ਹੁਣ ISA ਕੀ ਹੈ? ਇੱਕ ਇੰਟਰਨੈਸ਼ਨਲ ਸੋਲਰ ਅਲਾਇੰਸ ਹੈ ਜਿਸ ਦੀ ਕਿ ਫਾਊਂਡੇਸ਼ਨ 2015 ਦੇ ਵਿੱਚ ਹੋਈ ਸੀ। ਇਸ ਨੂੰ ਲਾਂਚ ਕਿਹਨੇ ਕੀਤਾ? ਆਪਣੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ। ਠੀਕ ਹੈ, ਜੋ COP21 ਦੇ ਵਿੱਚ ਮੀਟਿੰਗ ਹੋਈ ਸੀ ਪੈਰਿਸ 'ਚ, ਉੱਥੇ ਇਸ ਦਾ ਅਨਾਊਂਸਮੈਂਟ ਹੋਈ ਸੀ। ਇਸ ਦਾ ਹੈੱਡਕੁਆਟਰ ਜਿਹੜਾ ਹੈਗਾ ਉਹ ਗੁਰੂਗ੍ਰਾਮ ਦੇ ਵਿੱਚ ਹੈ। ਡਾਇਰੈਕਟਰ ਜਨਰਲ ਕੌਣ ਹੈ ਆਫ ISA ਯਾਨੀ ਇੰਟਰਨੈਸ਼ਨਲ ਸੋਲਰ ਅਲਾਇੰਸ ਦਾ? ਅਜੇ ਮਾਥੁਰ ਹੈ। ਟੋਟਲ ਕੰਟਰੀਆਂ ਨੇ ISA ਜਿੱਤੇ ਫਰੇਮਵਰਕ ਤੇ ਐਗਰੀਮੈਂਟ ਕੀਤਾ ਉਹ 110 ਕੰਟਰੀਜ਼ ਨੇ। ਤੇ ਇਹਦਾ ਕ੍ਰਾਈਟੇਰੀਆ ਕੀ ਹੈ ਵੀ ਕਿਹੜੀ ਕਿਹੜੀ ਕੰਟਰੀ ਇਸ ਨੂੰ ਜੁਆਇਨ ਕਰ ਸਕਦੀ ਹੈ? ਤਾਂ ਆਲ ਮੈਂਬਰ ਆਫ UN ਇਸ ਨੂੰ ਸਾਰੇ ਜੁਆਇਨ ਕਰ ਸਕਦੇ ਨੇ ਇੰਟਰਨੈਸ਼ਨਲ ਸੋਲਰ ਅਲਾਇੰਸ ਨੂੰ। ਠੀਕ ਹੈ ਜੀ। ਅਗਲਾ ਕੁਐਸਚਨ ਹੈ ਵਿਚ ਕੰਟਰੀ ਹੋਸਟ 90th ਇੰਟਰਪੋਲ ਜਨਰਲ ਅਸੈਂਬਲੀ। ਕਿਸ ਦੇਸ਼ ਨੇ 90ਵੀਂ ਇੰਟਰਪੋਲ ਜਨਰਲ ਅਸੈਂਬਲੀ ਦੀ ਮੇਜ਼ਬਾਨੀ ਕੀਤੀ? ਠੀਕ ਹੈ, ਸੋ ਇਹ ਜਿਹੜੀ ਕੀਤੀ ਹੈ ਬੱਚੇ ਇਹ ਇੰਡੀਆ ਨੇ ਕੀਤੀ ਹੈ ਨਿਊ ਦਿੱਲੀ ਦੇ ਵਿੱਚ ਇਸ ਵਾਰੀ ਹੋਈ ਹੈ। ਠੀਕ ਹੈ, 19th ਇੰਟਰਪੋਲ ਜਨਰਲ ਅਸੈਂਬਲੀ ਦੀ ਜਿਹੜੀ ਮੇਜ਼ਬਾਨੀ ਹੈ ਇੰਡੀਆ ਨੇ ਕੀਤੀ ਹੈ ਤੇ ਇਹ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਇੰਡੀਆ ਨੇ ਕੀਤੀ ਹੈ। ਠੀਕ ਹੈ, ਇਹ ਹੋਸਟ ਸਿਟੀ ਯਾਨੀ ਨਿਊ ਦਿੱਲੀ 'ਚ ਤੇ ਇਸ ਦੀ ਜਿਹੜਾ ਹੋਈ ਹੈ 18 ਤੋਂ ਲੈ ਕੇ 21 ਅਕਤੂਬਰ 2022 ਦੇ ਵਿਚਕਾਰ ਹੋਈ ਹੈ। ਇੰਟਰਪੋਲ ਦੀ ਫੁੱਲ ਫਾਰਮ ਕੀ ਹੈ? ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਆਰਗੇਨਾਈਜੇਸ਼ਨ, ਜਿਸ ਦੀ ਕਿ ਫਾਊਂਡੇਸ਼ਨ 1923 'ਚ ਹੋਈ ਹੈ। ਇਹ ਕੀ ਹੈ ਵੀ ਜਿੰਨੇ ਵੀ ਇੰਡੀਆ ਦੇਸ਼ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਮਤਲਬ ਵਰਲਡ ਦੇ ਵਿੱਚ ਜਿੰਨੇ ਵੀ ਆਪਣੇ ਆਪ ਪੁਲਿਸ ਨੇ ਉਹਨਾਂ ਦੇ ਆਪਸ ਦੇ ਵਿੱਚ ਕੋਆਰਡੀਨੇਸ਼ਨ ਵਾਸਤੇ ਇਹ ਬਣਾਈ ਗਈ ਸੀ ਇੰਟਰਪੋਲ। ਠੀਕ ਹੈ, ਜਨਰਲ ਅਸੈਂਬਲੀ। ਤੇ ਹੈੱਡਕੁਆਟਰ ਕਿੱਥੇ ਹੈ? ਲਿਓਨ ਯਾਨੀ ਫਰਾਂਸ ਦੇ ਵਿੱਚ। ਪ੍ਰੈਜ਼ੀਡੈਂਟ ਕੌਣ ਹੈ? ਅਹਿਮਦ ਨਸ਼ਰ ਅਲੀ ਰੈਸ਼ੀ। ਇੰਡੀਆ 8th ਕੰਟਰੀ ਹੈ ਟੂ ਜੁਆਇਨ ਇੰਟਰਪੋਲ ਇੰਟਰਨੈਸ਼ਨਲ ਚਾਈਲਡ ਸੈਕਸ਼ੂਅਲ ਐਕਸਪਲੋਰੇਸ਼ਨ। ਠੀਕ ਹੈ, ਡਾਟਾਬੇਸ ICSE ਦੇ ਡਾਟਾਬੇਸ ਦੇ ਹਿਸਾਬ ਨਾਲ। ਠੀਕ ਹੈ ਬੱਚੇ, ਆਈ ਥਿੰਕ ਅੱਗੇ ਚੱਲਦੇ ਹਾਂ ਆਪਾਂ। ਵਿਚ ਕੰਟਰੀ ਹੋਸਟਡ COP27 ਇੰਟਰਨੈਸ਼ਨਲ ਕਲਾਈਮੇਟ ਕਾਨਫਰੰਸ। ਇਹ ਵੀ ਬਹੁਤ ਇੰਪੋਰਟੈਂਟ ਹੈ। ਕਿਸ ਦੇਸ਼ ਨੇ COP27 ਅੰਤਰਰਾਸ਼ਟਰੀ ਜਲਵਾਯੂ ਸੰਮੇਲਨ ਦੀ ਮੇਜ਼ਬਾਨੀ ਕੀਤੀ? ਤਾਂ ਇਹ ਕੀਤੀ ਹੈ ਬੱਚੇ ਇਜਿਪਟ ਨੇ। ਕਿਹਨੇ ਕੀਤੀ ਹੈ? ਇਜਿਪਟ ਨੇ। ਕਲੀਅਰ ਹੈ। ਇਹਦੇ ਵਿੱਚੋਂ ਇੰਡੀਆ ਨੇ ਕਿਹਨੇ ਪਾਰਟਿਸਿਪੇਟ ਕੀਤਾ ਆਪਣੇ ਇਸ COP27 ਦੇ ਵਿੱਚ? ਭੁਪਿੰਦਰਾ ਯਾਦਵ ਨੇ। ਭੁਪਿੰਦਰਾ ਯਾਦਵ ਕੌਣ ਨੇ? ਮਿਨਿਸਟਰ ਆਫ ਇਨਵਾਇਰਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ। ਠੀਕ ਹੈ, ਭੁਪਿੰਦਰ ਯਾਦਵ। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਬਣੇਗਾ ਤੁਹਾਡੇ ਲਈ। 2022 ਦੇ ਵਿੱਚ ਜਿਹੜੀ COP27 ਹੋਈ ਹੈ ਕਿੱਥੇ ਹੋਈ ਹੈ? ਇਜਿਪਟ ਦੇ ਵਿੱਚ। ਔਰ ਇਜਿਪਟ ਦੇ ਵਿੱਚ ਕਿੱਥੇ ਹੋਈ ਹੈ? ਸ਼ਰਮ ਅਲ ਸ਼ੇਖ ਦੇ ਵਿੱਚ। ਸ਼ਰਮ ਅਲ ਸ਼ੇਖ ਦੇ ਵਿੱਚ। ਇਹ ਬਹੁਤ ਇੰਪੋਰਟੈਂਟ ਕੁਐਸਚਨ ਬਣੇਗਾ ਤੁਹਾਡੇ ਲਈ। ਠੀਕ ਹੈ। ਵਿਚ ਕੰਟਰੀ ਹੋਸ SCO ਸਮਿਟ 2023। SCO ਸਮਿਟ 2023 ਕਿਹੜੀ ਦੇਸ਼ ਨੇ ਕੀਤੀ? ਤਾਂ ਕਿਹੜੇ ਦੇਸ਼ ਨੇ ਕੀਤੀ ਹੈ? 2023 ਕੌਣ ਕਰੇਗਾ? ਸੌਰੀ, ਵਿਲ ਹੋਸਟ ਕੌਣ ਕਰੇਗਾ 2023 ਦਾ ਜਿਹੜਾ SCO ਹੈ ਸਮਿਟ ਇਹ ਜਿਹੜਾ ਕਰੂਗਾ ਬੱਚੇ ਉਹ ਕਰੂਗਾ ਇੰਡੀਆ। ਠੀਕ ਹੈ, ਇਹ ਵੀ ਇਸ ਲਈ ਇੰਪੋਰਟੈਂਟ ਹੈ SCO। ਠੀਕ ਹੈ, ਹੋਸਟ ਕੰਟਰੀ ਕੌਣ ਹੈ? ਇੰਡੀਆ ਕਰੂਗਾ 2023 'ਚ। 2022 ਦੇ ਵਿੱਚ ਕਿਹਨੇ ਕੀਤਾ? ਇਹ ਕੀਤਾ ਸਮਰਕੰਦ ਯਾਨੀ ਉਜ਼ਬੇਕਿਸਤਾਨ ਨੇ ਕੀਤਾ। 2022 ਦਾ ਜਿਹੜਾ ਹੈਗਾ ਉਹ ਹੋਸਟ ਸਮਰਕੰਦ ਯਾਨੀ ਉਜ਼ਬੇਕਿਸਤਾਨ ਨੇ। ਠੀਕ ਹੈ, ਇਸੇ ਮੀਟਿੰਗ ਦੇ ਵਿੱਚ ਆਪਣਾ ਜਿਹੜਾ ਵਾਰਾਣਸੀ ਹੈ ਉਸ ਨੂੰ ਡਿਕਲੇਅਰ ਕੀਤਾ ਗਿਆ SCO ਟੂਰਿਜ਼ਮ ਐਂਡ ਕਲਚਰਲ ਕੈਪੀਟਲ। ਠੀਕ ਹੈ, ਫॉर 2022 ਤੇ 2023 ਲਈ। ਇਹ ਦੇਖੋ ਇਸੇ ਮੀਟਿੰਗ ਜਿਹੜਾ ਵਾਰਾਣਸੀ ਹੈ ਉਸ ਨੂੰ SCO ਟੂਰਿਜ਼ਮ ਐਂਡ ਕਲਚਰ ਕੈਪੀਟਲ ਡਿਕਲੇਅਰ ਕੀਤਾ ਗਿਆ। ਠੀਕ ਹੈ, ਅਗਲੀ 2023 ਦੀ ਜਿਹੜੀ ਮੀਟਿੰਗ ਹੈ ਉਹ ਨਿਊ ਦਿੱਲੀ ਇੰਡੀਆ ਦੇ ਵਿੱਚ ਹੋਊਗੀ। ਠੀਕ ਹੈ, ਹੁਣ SCO ਹੈ ਕੀ ਹੈ? SCO ਹੈਗਾ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਹੈ। ਠੀਕ ਹੈ, ਇਸ ਦੀ
अगर कोई फुल फॉर्म पूछे तो SCO की फुल फॉर्म की है, संघाई कॉरपोरेशन ऑर्गेनाइजेशन, जिसका हैडकुआटर कित्थे है, बीजिंग यानी चाइना दे विच। ठीक है, इस दे टोटल 8 मैंबर ने, किहड़े किहड़े, चाइना, इंडिया, कजाकिस्तान, ठीक है, राजस्थान ते पाकिस्तान, रशिया, तजाकिस्तान ते उज्बेकिस्तान। ईरान इसका नौवां मैंबर बनेगा। ठीक है, मतलब कंप्लीट हो चुके हैं, बाकी अजे पूरी तरह बनया नहीं, मतलब पेपर वर्क रह गया थोड़ा जिहा, बाकी कंप्लीट है। इसकी फॉर्मेशन 1996 ਚ ਹੋਈ ਸੀ। ਉਦੋਂ ਇਸ ਦਾ ਨਾਮ ਕੀ ਸੀ, ਸੰਘਾਈ 5 ਗਰੁੱਪਸ, ਕਿਉਂਕਿ ਉਦੋਂ ਉਸ 'ਚ 5 ਮੈਂਬਰ ਸੀ, ਕਿਹੜੇ ਕਿਹੜੇ, ਚਾਈਨਾ, ਕਜ਼ਾਕਿਸਤਾਨ, ਕਾਇਰਗਿਸਤਾਨ, ਰਸ਼ੀਆ ਤੇ ਤੈਜਿਕਸਤਾਨ ਸੀ। 2001 ਦੇ ਵਿੱਚ ਉਜ਼ਬੇਕਿਸਤਾਨ ਇਹਦੇ ਵਿੱਚ ਸ਼ਾਮਿਲ ਹੋ ਗਿਆ। ਠੀਕ ਹੈ, ਫਿਰ ਉਸ ਦਾ ਨਾਮ ਸੰਘਾਈ ਕਾਰਪੋਰੇਸ਼ਨ ਆਫ ਇੰਡੀਆ ਬਣ ਗਿਆ, ਸੋ ਸੰਘਾਈ ਕਾਰਪੋਰੇਸ਼ਨ ਆਫ ਆਰਗੇਨਾਈਜੇਸ਼ਨ ਬਣ ਗਿਆ। ਫਿਰ ਇੰਡੀਆ ਤੇ ਪਾਕਿਸਤਾਨ 2017 ਦੇ ਵਿੱਚ ਇਸ ਦੇ ਵਿੱਚ ਸ਼ਾਮਿਲ ਹੋਈ ਸੀ। ਠੀਕ ਹੈ, ਟੋਟਲ 8 ਕੰਟਰੀ ਨੇ ਇਹਦੇ ਵਿੱਚ। ਠੀਕ ਹੈ ਜੀ, ਕਹਿੰਦਾ ਵਿਚ ਕੰਟਰੀ ਵਿਲ ਚੇਅਰ ਗਲੋਬਲ ਪਾਰਟਨਰਸ਼ਿਪ ਔਨ AI GPI ਫॉर 2022-23। ਕਿਹੜਾ ਦੇਸ਼ 2022-23 ਲਈ ਗਲੋਬਲ ਪਾਰਟਨਰਸ਼ਿਪ ਔਨ AI GPI ਦੀ ਪ੍ਰਧਾਨਗੀ ਕਰੇਗਾ? ਸੋ ਦੇਖੋ ਕਿਹੜਾ ਕਰੇਗਾ ਬੱਚੇ, ਇਸ ਦਾ ਸਹੀ ਆਨਸਰ ਆਏਗਾ ਆਪਣਾ ਇੰਡੀਆ ਕਰੇਗਾ। ਸੋ ਇਸ ਲਈ ਇੰਪੋਰਟੈਂਟ ਹੈ, ਇੰਡੀਆ ਕਰੂਗਾ GPI ਫॉर 2022-23 ਲਈ। ਤੇ ਇੰਡੀਆ 'ਚ ਹੋਊਗਾ। GPI ਦੀ ਕੀ ਹੈ, ਇੱਕ ਇੰਟਰਨੈਸ਼ਨਲ ਇਨੀਸ਼ੀਏਟਿਵ ਹੈ, जिसका एम की है, टू ब्रिज द गैप बिटवीन थ्योरी एंड प्रैक्टिस ऑन आर्टिफिशियल इंटैलीजेंस। देखो जी आर्टिफिशियल इंटैलीजेंट है, जिमें कई बार चीज़ां ਆਪਾਂ पढ़ाई ਜਾਂਦੀਆਂ ने, सिर्फ थ्योरी कराई जाती है, प्रैक्टिकल नहीं कराई जाती। ये बहुत बड़ा गैप है, यानी कि वो कहते हैं भी ਜਿਹੜਾ ਥਿਊਰੀ ਦੇ ਨਾਲ ਪ੍ਰੈਕਟੀਕਲ ਵੀ ਵੱਧ ਕਰਾਇਆ ਜਾਊਗਾ ਤੇ ਥਿਊਰੀ ਤੇ ਪ੍ਰੈਕਟੀਕਲ ਦਾ ਗੈਪ ਘਟਾਇਆ ਜਾਊਗਾ, ਯਾਨੀ ਬਰਾਬਰ ਹੋਊਗਾ, ਜਿੰਨੀ ਥਿਊਰੀ ਉਦਾਂ ਹੀ ਪ੍ਰੈਕਟੀਕਲ ਕਰਵਾਇਆ ਜਾਏਗਾ। ਉਸ ਚੀਜ਼ ਨੂੰ ਥਿਊਰੀ ਤੇ ਪ੍ਰੈਕਟੀਕਲ ਦੇ ਗੈਪ ਨੂੰ ਘਟਾਉਣਾ। ਠੀਕ ਹੈ, ਫਾਊਂਡੇਸ਼ਨ 2020 ਦੇ ਵਿੱਚ ਹੋਈ ਸੀ। ਇੰਡੀਆ ਇਸ ਦਾ ਫਾਊਂਡਿੰਗ ਮੈਂਬਰ ਹੈ, ਇੰਡੀਆ ਨੇ ਹੀ ਫਾਊਂਡ ਕੀਤਾ ਸੀ। ਟੋਟਲ ਇਸ 25 ਮੈਂਬਰ ਨੇ। ਠੀਕ ਹੈ, ਜਿਹੜਾ 3rd ਐਨੂਅਲ ਸਮਿਟ ਹੋਇਆ ਸੀ ਉਹ ਟੋਕੀਓ ਦੇ ਵਿੱਚ ਹੋਇਆ ਸੀ। ਠੀਕ ਹੈ, ਲਾਸਟ ਵਾਲਾ ਇਸ ਵਾਰੀ ਇੰਡੀਆ 'ਚ ਹੋਇਆ। ਲੀਡ IT ਸਮਿਟ 2022 ਹੋਸਟ ਵਿਚ ਆਫ ਦਾ ਕੰਟਰੀ। ਠੀਕ ਹੈ, ਲੀਡ IT 2022 ਦੀ ਮੇਜ਼ਬਾਨੀ ਕਿਹੜੇ ਦੇਸ਼ ਦੁਆਰਾ ਕੀਤੀ ਗਈ? ਠੀਕ ਹੈ, ਕਿਹੜੇ ਦੇਸ਼ ਦੁਆਰਾ ਕੀਤੀ ਗਈ ਬੱਚੇ? ਇਹ ਕੀਤੀ ਗਈ ਬੱਚੇ ਇੰਡੀਆ ਤੇ ਸਵੀਡਨ ਦੁਆਰਾ। ਇੰਡੀਆ ਤੇ ਸਵੀਡਨ यानी बोथ A एंड B आ जाएगा। लीड IDT की फुल फॉर्म की है, लीडरशिप फॉर इंडस्ट्री ट्रांजिशन 2022। ठीक है, इंडिया ਤੇ ਸਵੀਡਨ ਤੇ ਇਸ ਦੀ ਜਿੱਥੇ ਆਪਣੀ COP27 ਦੀ ਸ਼ਰਮ ਐਲ ਸ਼ੇਖ ਇਜਿਪਟ ਦੇ ਵਿੱਚ ਹੋਈ ਸੀ, ਉੱਥੇ ਹੀ ਇੰਡੀਆ ਦੀ ਇਹ ਹੋਈ ਸੀ। ਠੀਕ ਹੈ, ਲੀਡ ਇਟ ਦੀ ਵੀ ਉੱਥੇ ਹੀ ਸੇਮ ਥਾਂ ਤੇ ਇਸ ਦੀ ਵੀ ਸਮਿਟ ਹੋਈ ਸੀ। ਠੀਕ ਹੈ ਜੀ, ਓਕੇ। ਜੀਓ ਸਮਾਰਟ ਇੰਡੀਆ 2022 ਸਮਿਟ ਹੈਲਡ ਇਨ ਵਿਚ ਸਿਟੀ? ਜੀਓ ਸਮਾਰਟ ਇੰਡੀਆ ਜਿਹੜੀ 2022 ਸਮਿਟ ਹੈ ਉਹ ਕਿਹੜੀ ਸਿਟੀ ਦੇ ਵਿੱਚ ਹੋਈ ਹੈ? ਤਾਂ ਉਹ ਹੋਈ ਹੈ ਹੈਦਰਾਬਾਦ ਦੇ ਵਿੱਚ। ਕਿੱਥੇ ਹੋਈ ਹੈ ਬੱਚੇ? ਹੈਦਰਾਬਾਦ ਦੇ ਵਿੱਚ। ਠੀਕ ਹੈ, ਠੀਕ ਹੈ, ਤੇ 15 ਤੋਂ 17 ਨਵੰਬਰ ਦੇ ਵਿਚਕਾਰ ਹੋਈ ਸੀ। ਠੀਕ ਹੈ, ਇਸ ਨੂੰ ਕਿਹਨੇ ਬਣਾਇਆ ਸੀ? ਆਪਣਾ ਜਿਹੜੇ ਜਲ ਸ਼ਕਤੀ ਯਾਨੀ ਵਾਟਰ ਮਿਨਿਸਟਰ ਨੇ, ਜਿਹੜੇ ਜਲ ਸ਼ਕਤੀ ਮਿਨਿਸਟਰ ਨੇ, ਗਜਿੰਦਰ ਸਿੰਘ ਸ਼ੇਖਾਵਤ, ਇਸ ਨੇ ਆਰਗੇਨਾਈਜ਼ ਕਰੀ ਸੀ। ਠੀਕ ਹੈ ਬੱਚੇ, ਇਹ ਵੀ ਪੁੱਛ ਲੈਣ ਸਕਦੇ ਨੇ ਤੁਹਾਨੂੰ। ਹੂ ਹੈਜ਼ ਇਨਕੋਰੇਟਡ ਬੈਂਗਲੋਰੀ ਟੈਕ ਸਮਿਟ? ਬੈਂਗਲੁਰੂ ਟੈਕ ਸਮਿਟ 2022 ਦਾ ਉਦਘਾਟਨ ਕਿਸ ਨੇ ਕੀਤਾ? ਤਾਂ ਇਹ ਕੀਤਾ PM ਮੋਦੀ, ਯਾਨੀ ਪ੍ਰਾਈਮ ਮਿਨਿਸਟਰ ਆਪਣੇ ਨਰਿੰਦਰ ਮੋਦੀ ਨੇ। ਠੀਕ ਹੈ, ਬੈਂਗਲੁਰੂ ਟੈਕ ਸਮਿਟ ਦਾ। ਠੀਕ ਹੈ ਜੀ, ਇਹ ਏਸ਼ੀਆ ਦੀ ਲਾਰਜੈਸਟ ਟੈਕਨੋਲੋਜੀ ਇਵੈਂਟ ਸੀ। ਠੀਕ ਹੈ, ਇਹਦਾ ਥੀਮ ਸੀ ਟੈਕ ਫॉर ਨੈਕਸਟ ਜਨਰੇਸ਼ਨ। ਟੈਕ ਫॉर ਨੈਕਸਟ ਜਨਰੇਸ਼ਨ ਇਸ ਦਾ ਥੀਮ ਸੀ ਬੱਚੇ। ਅੱਗੇ ਹੈਗਾ ਯੂਨੈਸਕੋ ਮੋਂਡੀਕਲਟ 2022 ਵਰਲਡ ਕਾਨਫਰੰਸ ਹੈਲਡ ਇਨ ਵਿਚ ਸਿਟੀ? ਠੀਕ ਹੈ, ਤਾਂ ਯੂਨੈਸਕੋ ਮੋਂਡੀਕਲਟ 2022 ਵਿਸ਼ਵ ਕਾਨਫਰੰਸ ਕਿਸ ਸ਼ਹਿਰ ਦੇ ਵਿੱਚ ਹੋਇਆ? ਤਾਂ ਇਹ ਜਿਹੜਾ ਹੋਇਆ ਬੱਚੇ ਆਪਣਾ ਮੈਕਸੀਕੋ ਸਿਟੀ ਦੇ ਵਿੱਚ ਹੋਇਆ। ਕਿੱਥੇ ਹੋਇਆ? ਮੈਕਸੀਕੋ ਸਿਟੀ ਦੇ ਵਿੱਚ। ਠੀਕ ਹੈ, ਤੇ ਇੱਕ ਕਾਹਦੇ ਉੱਪਰ ਸੀ? ਔਨ ਕਲਚਰਲ ਪਾਲਿਸੀ ਐਂਡ ਸਸਟੇਨੇਬਲ ਡਿਵੈਲਪਮੈਂਟ। ਠੀਕ ਹੈ, ਇਹਦੇ ਉੱਪਰ ਸੀ ਤੇ ਹੈਲਡ ਕਿੱਥੇ ਹੋਇਆ? ਮੈਕਸੀਕੋ ਸਿਟੀ 'ਚ। ਇੰਡੀਆ ਵੱਲੋਂ ਕਿੰਨੇ ਪਾਰਟਿਸਿਪੇਟ ਕੀਤਾ? ਮਿਨਿਸਟਰੀ ਆਫ ਸਟੇਟ ਫॉर ਕਲਚਰ ਯਾਨੀ ਅਰਜੁਨ ਰਾਮ ਮੇਘਵਾਲ ਨੇ। ਠੀਕ ਹੈ ਜੀ, ਇਹ ਕੁਛ ਛੋਟੇ ਛੋਟੇ ਨੇ, ਯਾਦ ਕਰ ਸਕਦੇ ਹੋ। ਅੱਗੇ 22 ਵਰਲਡ ਬਲੌਕਚੇਨ ਸਮਿਟ ਹੈਲਡ ਇਨ ਵਿਚ ਸਿਟੀ? ਜਿਹੜੇ 22ਵਾਂ ਵਿਸ਼ਵ ਬਲੌਕਚੇਨ ਸੰਮੇਲਨ ਕਿਸ ਸ਼ਹਿਰ ਦੇ ਵਿੱਚ ਆਯੋਜਿਤ ਹੋਇਆ ਬੱਚੇ? ਇਹ ਜਿਹੜਾ ਹੋਇਆ ਦੁਬਈ ਦੇ ਵਿੱਚ ਹੋਇਆ। ਸੌਰੀ ਲਿਖ ਲਓ, ਕਿਸ ਹੋਇਆ? ਦੁਬਈ ਦੇ ਵਿੱਚ। ਤੁਸੀਂ ਲਿਖ ਸਕਦੇ ਹੋ ਦੁਬਈ ਦੇ ਵਿੱਚ। ਠੀਕ ਹੈ, ਵਿਚ ਕੰਟਰੀ ਹੋਸ SCO ਐਂਟੀ ਟੈਰਰ ਐਕਸਰਸਾਈਜ਼ 22ਵਾਂ ਵਿਸ਼ਵ ਬਲੌਕਚੇਨ ਸੰਮੇਲਨ। ਅੱਛਾ, ਇਹ ਤਾਂ ਹੋ ਗਿਆ ਸੀ, ਸੌਰੀ ਇਹ ਥੋੜਾ ਤੁਸੀਂ ਕੱਢ ਦਿਓ। 22ਵਾਂ ਤੁਸੀਂ ਕੁਐਸਚਨ ਹੀ ਦੇਖਣਾ ਵੀ ਕਿਹੜੀ ਕੰਟਰੀ ਨੇ SCO ਐਂਟੀ ਟੈਰਰ ਐਕਸਰਸਾਈਜ਼ ਹੋਸਟ ਕੀਤੀ। ਠੀਕ ਹੈ,
ਤਾਂ ਉਹ ਕਿਹਨੇ ਕੀਤੀ ਬੱਚੇ ਆਪਣੀ ਚਾਈਨਾ ਨੇ ਕੀਤੀ ਸੀ। ਕਿਹਨੇ ਕੀਤੀ ਸੀ? ਚਾਈਨਾ ਨੇ। ਠੀਕ ਹੈ, ਨਹੀਂ ਸੌਰੀ ਇੰਡੀਆ ਨੇ ਕੀਤੀ ਸੀ। ਠੀਕ ਹੈ, ਸੋ ਇਹਦੇ ਵਿੱਚ ਕੀ ਸੀ? ਐਸਯੂ ਮਲਟੀਲੈਟਰਲ ਜੁਆਇੰਟ ਐਂਟੀ ਟੈਰਰ ਐਕਸਰਸਾਈਜ਼ ਹੈ ਇਹ। ਠੀਕ ਹੈ, ਇਹ ਮਨੇਸਰ ਹਰਿਆਣਾ ਦੇ ਵਿੱਚ ਹੋਈ ਇਸ ਵਾਰ। ਠੀਕ ਹੈ, ਇਸ ਦੇ ਵਿੱਚ ਇਸ ਵਾਰੀ ਪਾਕਿਸਤਾਨ ਨੇ ਵੀ ਪਾਰਟਿਸਿਪੇਟ ਕੀਤਾ। 2022 ਦੀ ਸਮਰਕੰਦ ਉਜ਼ਬੇਕਿਸਤਾਨ 'ਚ ਹੋਈ ਹੈ। ਠੀਕ ਹੈ, ਜਿਹੜਾ SCO ਸਮਿਟ ਹੋਈ ਸੀ ਇਹ ਐਂਟੀ ਟੈਰਰ ਐਕਸਰਸਾਈਜ਼ ਹੈ। ਦੇਖੋ ਜਿਹੜੀ ਤੁਸੀਂ ਇਹ ਨਾ ਲਿਖੋ ਵੀ ਸਰ ਇੱਥੇ 2022 ਲਿਖਿਆ, SCO ਐਂਟੀ ਟੈਰਰ ਐਕਸਰਸਾਈਜ਼ ਹੋਈ ਹੈ ਆਪਣੇ ਇੰਡੀਆ ਦੇ ਵਿੱਚ, ਜੋ ਕਿ ਮਨੇਸਰ ਕਿਤੇ ਹਰਿਆਣਾ ਦੇ ਵਿੱਚ। SCO ਸਮਿਟ 2022 ਹੋਈ ਹੈ ਜਿਹੜੀ, ਉਹ ਸਮਰਕੰਦ ਉਜ਼ਬੇਕਿਸਤਾਨ 'ਚ ਹੋਈ ਹੈ। ਠੀਕ ਹੈ, SCO 2023 ਹੈ ਜਿਹੜੀ, ਉਹ ਆਪਣੇ ਇੰਡੀਆ ਦੇ ਵਿੱਚ ਹੋਊਗੀ। ਠੀਕ ਹੈ ਨਾ, ਯਾਦ ਨੇ ਪਿੱਛੇ ਕੀਤਾ ਸੀ ਇਹ ਐਂਟੀ ਟੈਰਰ ਐਕਸਰਸਾਈਜ਼ ਹੈ। ਫੋਰਥ ਹੈਲੀ ਇੰਡੀਆ ਸਮਿਟ 2022 ਕਿਹੜੀ ਸਟੇਟ ਨੇ ਕੀਤੀ ਹੈ? ਤਾਂ ਕਿਹੜੀ ਸਟੇਟ ਨੇ ਕੀਤੀ ਹੈ ਫੋਰਥ ਹੈਲੀ ਇੰਡੀਆ ਸਮਿਟ 2022? ਕਿਸ ਰਾਜ ਜਾਂ ਯੂਟੀ ਨੇ ਤੋਂ ਆਯੋਜਿਤ ਕੀਤਾ ਗਿਆ? ਠੀਕ ਹੈ, ਇਹ ਕਿਹਨੇ ਕੀਤੀ ਹੈ? ਜੰਮੂ ਐਂਡ ਕਸ਼ਮੀਰ ਨੇ। ਕਿਹਨੇ ਕੀਤੀ ਹੈ? ਜੰਮੂ ਐਂਡ ਕਸ਼ਮੀਰ ਨੇ। ਠੀਕ ਹੈ ਜੀ, ਇਹ ਕਿਹਨੇ ਕੀਤੇ ਸੀ? ਇਨੋਗ੍ਰੇਸ਼ਨ ਕਿਹਨੇ ਕੀਤਾ ਸੀ? ਜੋਤੀ ਰਾਤੀਆ ਸਾਇੰਸ ਇੰਡੀਆ। ਠੀਕ ਹੈ, ਸਿੰਧੀਆ, ਸੌਰੀ ਸਿੰਧੀਆ, ਜੋਤਿੰਦਰੀਆ ਸਿੰਧੀਆ, ਜੋ ਕਿ ਮਿਨਿਸਟਰ ਆਫ ਸਿਵਲ ਐਵੀਏਸ਼ਨ ਹੈ। ਇਸ ਦਾ ਥੀਮ ਕੀ ਹੈ? ਹੈਲੀਕਾਪਟਰ ਫॉर ਲਾਸਟ ਮਾਈਲ ਕਨੈਕਟੀਵਿਟੀ। ਠੀਕ ਹੈ ਜੀ, ਵਿਚ ਸਿਟੀ ਹੋਸਟਡ ਫॉर 13th ਫਿੱਕੀ ਗਲੋਬਲ ਸਕਿੱਲ ਸਮਿਟ। ਠੀਕ ਹੈ, 13th ਫਿੱਕੀ ਗਲੋਬਲ ਸਕਿੱਲ ਸਮਿਟ, ਕਿਸ ਸ਼ਹਿਰ ਨੇ 13ਵੇਂ ਫਿੱਕੀ ਗਲੋਬਲ ਸਕਿੱਲ ਸੰਮੇਲਨ 2022 ਦੀ ਮੇਜ਼ਬਾਨੀ ਕੀਤੀ? ਠੀਕ ਹੈ, ਸੋ ਇਸ ਦਾ ਸਹੀ ਆਨਸਰ ਆਊਗਾ ਨਿਊ ਦਿੱਲੀ। ਕਿਹਨੇ ਕੀਤੀ ਸੀ ਬੱਚੇ? ਨਿਊ ਦਿੱਲੀ ਨੇ। ਠੀਕ ਹੈ, ਫਿੱਕੀ ਗਲੋਬਲ ਸਮਿਟ 2022 ਕਿੱਥੇ ਹੋਈ ਹੈ? ਨਿਊ ਦਿੱਲੀ 'ਚ ਹੋਗੀ। ਇਸ ਨੂੰ ਕਿੰਨੇ ਇਨੋਗ੍ਰੇਟਡ ਕੀਤਾ ਬੱਚੇ? ਧਰਮਿੰਦਰਾ ਪ੍ਰਧਾਨ ਨੇ, ਜੋ ਕਿ ਕੌਣ ਨੇ? ਸਾਡੇ ਐਜੂਕੇਸ਼ਨ ਐਂਡ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੇਨਿਓਰਸ਼ਿਪ ਮਿਨਿਸਟਰ ਨੇ ਸਾਡੇ। ਠੀਕ ਹੈ, ਇਸ ਦਾ ਥੀਮ ਕੀ ਹੈ? ਐਜੂਕੇਸ਼ਨ ਟੂ ਇੰਪਲੋਏਬਿਲਟੀ, ਐਜੂਕੇਸ਼ਨ ਟੂ ਇੰਪਲੋਏਬਿਲਟੀ ਮੇਕਿੰਗ ਇਟ ਹੈਪਨ। ਠੀਕ ਹੈ ਜੀ, ਇਹ 27 ਤੋਂ ਲੈ ਕੇ 28 ਸਤੰਬਰ ਦੇ ਵਿਚਕਾਰ ਹੋਈ ਸੀ। ਠੀਕ ਹੈ, ਕਹਿੰਦਾ ਹੂ ਹੈਜ਼ ਇਨੋਗ੍ਰੇਟਡ ਵਰਲਡ ਡੇਅਰੀ ਸਮਿਟ 2022? ਕਹਿੰਦਾ ਕਿਹੜੇ ਦੇਸ਼ ਨੇ ਵਿਸ਼ਵ ਡੇਅਰੀ ਸੰਮੇਲਨ 2022 ਦਾ ਉਦਘਾਟਨ ਕੀਤਾ? ਠੀਕ ਹੈ, ਹੂ ਹੈਜ਼ ਇਨੋਗ੍ਰੇਟਡ, ਤਾਂ ਇਹ ਜਿਹੜਾ ਕੀਤਾ ਬੱਚੇ, ਇਹ ਕੀਤਾ ਆਪਣੇ ਪ੍ਰਧਾਨ ਮੰਤਰੀ ਮੋਦੀ, ਨਰਿੰਦਰ ਮੋਦੀ ਨੇ। ਠੀਕ ਹੈ, ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਫॉर ਵਰਲਡ ਡੇਅਰੀ ਸਮਿਟ 2022 ਵੱਲੋਂ, ਤੇ ਇਸ ਨੂੰ ਇਨੋਗ੍ਰੇਟ ਕੀਤਾ ਨਰਿੰਦਰ ਮੋਦੀ ਨੇ ਕਿਤੇ ਐਟ ਗ੍ਰੇਟਰ ਨੋਇਡਾ ਦੇ ਵਿੱਚ। ਠੀਕ ਹੈ, ਇੱਕ ਫੈਕਟ ਯਾਦ ਰੱਖਣਾ ਵੀ ਜਿਹੜਾ ਇੰਡੀਆ ਆਪਣਾ ਵਰਲਡ ਲਾਰਜੈਸਟ ਪ੍ਰੋਡਿਊਸਰ ਆਫ ਮਿਲਕ ਹੈ, ਮਿਲਕ ਸਭ ਤੋਂ ਜ਼ਿਆਦਾ ਇੰਡੀਆ ਹੀ ਪ੍ਰੋਡਿਊਸ ਕਰਦਾ। ਠੀਕ ਹੈ ਆਪਣਾ, ਓਕੇ ਜੀ। ਸੋ IDF ਦੀ ਫੁੱਲ ਫਾਰਮ ਯਾਦ ਰੱਖਣੀ ਹੈ, ਇੱਥੇ ਲਿਖਿਆ ਨਾ IDF, ਵਰਲਡ ਡੇਅਰੀ ਸਮਿਟ। ਆਈ ਦਾ ਮਤਲਬ ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ। ਠੀਕ ਹੈ, 10th IBSA ਟ੍ਰਾਈਲੇਟਰਲ 10th IBSA ਟ੍ਰਾਈਲੇਟਰਲ ਮਿਨਿਸਟਰੀਅਲ ਕਮਿਸ਼ਨ ਮੀਟਿੰਗ ਹੈਲਡ ਇਨ ਵਿਚ ਸਿਟੀ? ਠੀਕ ਹੈ, ਇਹ ਕਿੱਥੇ ਹੋਈ ਹੈ ਬੱਚੇ? ਇਹ ਜਿਹੜੀ ਹੋਈ ਹੈ ਆਪਣੀ ਸਿਟੀ ਕਿੱਥੇ ਹੋਈ ਹੈ? ਨਿਊਯਾਰਕ USA ਦੇ ਵਿੱਚ, ਨਿਊਯਾਰਕ ਯਾਨੀ USA ਦੇ ਵਿੱਚ। ਠੀਕ ਹੈ, ਤੇ ਇਸ ਦੇ 4 ਮੈਂਬਰ ਕਿਹੜੇ ਕਿਹੜੇ ਨੇ? ਇੰਡੀਆ, ਬ੍ਰਾਜ਼ੀਲ, ਸਾਊਥ ਅਫਰੀਕਾ ਫਾਰਮ। ਠੀਕ ਹੈ, ਸੋ 3 ਮੈਂਬਰਾਂ ਨਾਲ ਆਇਆ ਇਹ ਟ੍ਰਾਈਲੇਟਰਲ ਹੈ ਨਾ। 3 ਮੈਂਬਰ ਕਿਹੜੇ ਕਿਹੜੇ ਨੇ? ਇੰਡੀਆ, ਬ੍ਰਾਜ਼ੀਲ ਤੇ ਸਾਊਥ ਅਫਰੀਕਾ। ਇੰਡੀਆ, ਬ੍ਰਾਜ਼ੀਲ, ਸਾਊਥ ਅਫਰੀਕਾ ਡਾਇਲੈਕਟ ਫਾਰਮ ਹੈ ਇਹ IBSA। ਇਹ ਟ੍ਰਾਈਲੇਟਰਲ ਮਿਨਿਸਟਰੀਅਲ ਕਮਿਸ਼ਨ ਮੀਟਿੰਗ ਹੈ, ਜੋ ਕਿ ਹੈਲਡ ਹੋਈ ਹੈ ਇਸ ਵਾਰ ਨਿਊਯਾਰਕ USA ਦੇ ਵਿੱਚ। ਇੰਡੀਆ ਵੱਲੋਂ ਜਿਹਨੇ ਪਾਰਟਿਸਿਪੇਟ ਕੀਤਾ ਉਹ ਆਪਣੇ ਐਕਸਟਰਨਲ ਅਫੇਅਰ ਮਿਨਿਸਟਰ ਡਾਕਟਰ S ਜੈ ਸ਼ੰਕਰ ਨੇ। ਠੀਕ ਹੈ, ਜੈ ਸ਼ੰਕਰ, ਇਹ ਵੀ ਇੰਪੋਰਟੈਂਟ ਹੈ ਬੱਚੇ ਆਪਣਾ, ਆਪਣੇ ਐਕਸਟਰਨਲ ਅਫੇਅਰ ਮਿਨਿਸਟਰ ਕੌਣ ਨੇ? ਠੀਕ ਹੈ ਜੀ, 118ਵੀਂ ਬਾਈਲੇਟਰਲ ਮੀਟਿੰਗ ਔਨ ਇੰਡਸ ਵਾਟਰ ਟ੍ਰੀਟੀ ਹੈਲਡ ਇਨ ਵਿਚ ਸਿਟੀ? ਠੀਕ ਹੈ, 118ਵੀਂ ਸਿੰਧੂ ਜਲ ਸੰਧੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੰਡਸ ਵਾਟਰ ਟ੍ਰੀਟੀ, ਜਿਹੜੀ 118ਵੀਂ ਮੀਟਿੰਗ ਕਿਸ ਸ਼ਹਿਰ 'ਚ ਹੋਈ ਹੈ ਬੱਚੇ? ਇਹ ਹੋਈ ਹੈ ਜਿਹੜੀ ਨਿਊ ਦਿੱਲੀ ਦੇ ਵਿੱਚ ਹੋਈ ਹੈ। ਕਿੱਥੇ ਹੋਈ ਹੈ ਬੱਚੇ? ਨਿਊ ਦਿੱਲੀ ਦੇ ਵਿੱਚ ਹੋਈ ਹੈ। ਠੀਕ ਹੈ, 118ਵੀਂ ਮੀਟਿੰਗ ਸੀ ਇਹ, ਇੰਡਸ ਵਾਟਰ ਟ੍ਰੀਟੀ ਨਿਊ ਦਿੱਲੀ ਦੇ ਵਿੱਚ ਹੋਈ ਹੈ। ਇਹ ਕਿਹਦੇ ਉੱਪਰ ਕਦੇ ਉੱਪਰ ਹੁੰਦੀ ਹੈ? ਇਸ 'ਚ ਕੀ ਡਿਸਕਸ ਕੀਤਾ ਵੀ ਜਿਹੜੀ ਲੇਕ ਹੈ ਪਾਕੁਲ ਦਲ ਐਂਡ ਲੋਅਰ ਕਲਨਾਈ, ਜਿਹੜੇ ਹਾਈਡਰੋ ਪਾਵਰ ਪ੍ਰੋਜੈਕਟ ਹੈ ਜਿਹੜਾ ਚਨਾਬ ਰਿਵਰ 'ਤੇ ਹੈ, ਬਿਲਟ ਬਾਈ ਇੰਡੀਆ ਬਣਾਊਗਾ। ਠੀਕ ਹੈ, ਇਹ ਇੰਡਸ ਵਾਟਰ ਟ੍ਰੀਟੀ ਹੈ ਕੀ ਹੈ? ਇਹ 1960 ਦੇ ਵਿੱਚ ਹੋਈ ਸੀ ਇੰਡੀਆ ਅਤੇ ਪਾਕਿਸਤਾਨ ਦੇ ਵਿਚਕਾਰ, ਜਿਸ ਦੇ ਵਿੱਚ ਇੰਡਸ ਰਿਵਰ ਨੂੰ
ਤੇ ਇਸ ਦੀ ਟ੍ਰਿਬਿਊਟਰੀ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ। ਜਿਹੜਾ ਈਸਟਰਨ ਰਿਵਰ ਪਾਰਟ ਹੈ ਇੰਡੀਆ 'ਚ ਕਿਹੜਾ ਹੈ ਸੀ ਈਸਟਰਨ, ਜਿਹੜਾ ਕਿ ਬਿਆਸ, ਰਵੀ ਤੇ ਸਤਲੁਜ ਨਦੀ ਹੈ, ਇਹਨਾਂ ਦਾ ਕੰਟਰੋਲ ਇੰਡੀਆ ਕੋਲ ਰਹੂਗਾ। ਤੇ ਵੈਸਟਰਨ ਰਿਵਰ ਹੈ ਜਿਹੜੀਆਂ ਇੰਡਸ, ਜੇਲਮ ਤੇ ਚਨਾਬ, ਇਹਦਾ ਜਿਹੜਾ ਲਾਰਜਲੀ ਜਿਹੜਾ ਕੰਟਰੋਲ ਹੈ ਲਾਰਜਲੀ ਕਿਸ ਕੋਲ ਰਹੇਗਾ, ਪਾਕਿਸਤਾਨ ਦੇ ਕੋਲ ਰਹੂਗਾ। ਪਰ ਇੰਡੀਆ ਵੀ ਆਪਣੇ ਡੈਮ ਬਣਾ ਸਕਦਾ ਹੈ ਇਰੀਗੇਸ਼ਨ ਸਿਸਟਮ ਵਾਸਤੇ ਇਹਨਾਂ ਦੇ ਉੱਪਰ, ਇੰਡੀਆ ਇੰਡਸ, ਜੇਲਮ ਤੇ ਚਨਾਬ ਦੇ ਉੱਪਰ, ਠੀਕ ਹੈ। ਇਸ ਟ੍ਰੀਟੀ ਦੇ ਵਿੱਚ ਇਹ ਹੋਇਆ ਸੀ। ਇਸ ਦੀ 118ਵੀਂ ਮੀਟਿੰਗ ਜਿਹੜੀ ਹੋਈ ਹੈ ਉਹ ਇਸ ਵਾਰ ਹੋਈ ਹੈ, ਠੀਕ ਹੈ। ਤੇ ਇਹ ਜਿਹੜੇ ਡੈਮ ਨੇ ਬੱਚੇ ਪਕਾਲਡਲ ਤੇ ਲੋਅਰ ਕਲਨਾਈਡਾ ਹਾਈਡਰੋ ਪਾਵਰ ਪ੍ਰੋਜੈਕਟ ਨੇ, ਇਹ ਇੰਪੋਰਟੈਂਟ ਨੇ, ਠੀਕ ਹੈ। ਚਨਾਬ ਰਿਵਰ ਦੇ ਉੱਪਰ ਬਣਨਗੇ, ਠੀਕ ਹੈ, ਬਣੇ ਹੋਏ ਨੇ। ਸੋ ਅੱਗੇ ਚੱਲਦੇ ਹਾਂ ਜੀ। ਇਨ ਵਿਚ ਸਿਟੀ 4th ਐਡੀਸ਼ਨ ਆਫ ਇੰਡੀਆ in which city the 4th edition of the India Clean Air Summit held? ਕਿਸ ਸ਼ਹਿਰ ਦੇ ਵਿੱਚ ਇੰਡੀਆ ਕਲੀਨ ਏਅਰ ਸੰਮੇਲਨ ਦੇ ਚੌਥੇ ਐਡੀਸ਼ਨ ਦਾ ਆਯੋਗ ਕੀਤਾ ਗਿਆ? ਦੱਸੋ ਜੀ ਕਿਸ ਦੇ ਵਿੱਚ ਕੀਤਾ ਗਿਆ, ਇਹ ਕਿਹੜੀ ਸਿਟੀ ਦੇ ਵਿੱਚ? ਤਾਂ ਮੇਰੇ ਖਿਆਲ 'ਚ ਇਹ ਬੰਗਲੁਰੂ ਆ ਗਿਆ ਆਂਸਰ, ਇੱਕ ਵਾਰ ਚੈੱਕ ਕਰ ਲਾਂਗੇ, ਠੀਕ ਹੈ। ਬੈਂਗਲੁਰੂ ਹੋਏਗਾ ਸ਼ਾਇਦ ਇਸ ਦਾ ਆਂਸਰ, ਠੀਕ ਹੈ। ਇੰਡੀਆ ਕਲੀਨ ਏਅਰ ਸਮਿਟ 2000 ਇਹਦਾ ਚੌਥਾ ਐਡੀਸ਼ਨ ਸੀ। ਏਅਰ ਪੋਲਿਊਸ਼ਨ ਐਂਡ ਕਲਾਈਮੇਟ ਚੇਂਜ ਦੇ ਉੱਪਰ ਸੀ। ਥੀਮ ਕੀ ਸੀ? ਲੁਕਿੰਗ ਐਟ ਏਅਰ ਪੋਲਿਊਸ਼ਨ ਥਰੂ ਕਲਾਈਮੇਟ ਲੈਂਸ, ਠੀਕ ਹੈ। ਲੁਕਿੰਗ ਐਟ ਏਅਰ ਪੋਲਿਊਸ਼ਨ ਥਰੂ ਕਲਾਈਮੇਟ ਲੈਂਸ। ਵਿਚ ਸਟੇਟ ਵਿਲ ਹੋਸਟ 20th ਐਡੀਸ਼ਨ ਆਫ ਬਾਇਓ ਏਸ਼ੀਆ 2023? ਕਿਹੜਾ ਰਾਜ 20ਵੇਂ ਸੰਸਕਰਨ ਯਾਨੀ ਬਾਇਓ ਏਸ਼ੀਆ 2023 ਦੀ ਮੇਜ਼ਬਾਨੀ ਕਰੇਗਾ? ਤਾਂ ਕੌਣ ਕਰੇਗਾ ਉੱਥੇ? ਹੈਦਰਾਬਾਦ, ਤੇਲੰਗਾਨਾ। ਹੈਦਰਾਬਾਦ ਵਿੱਚ ਕਿਹੜੀ ਸਿਟੀ? ਤੇਲੰਗਾਨਾ। ਤਾਂ ਬਾਇਓ ਏਸ਼ੀਆ ਲਾਈਫ ਸਾਇੰਸ ਐਂਡ ਹੈਲਥ ਟੈਕ ਇਵੈਂਟ ਹੈ, ਜਿਸ ਦਾ ਕਿ 20ਵਾਂ ਐਡੀਸ਼ਨ ਹੈ, ਜਿਸ ਦੀ ਹੋਸਟ ਸਿਟੀ ਕਿਹੜੀ ਹੈ 2023 ਦੇ ਵਿੱਚ? ਹੈਦਰਾਬਾਦ, ਤੇਲੰਗਾਨਾ ਦੇ ਵਿੱਚ ਹੋਊਗਾ। ਇਸ ਦਾ ਥੀਮ ਕੀ ਹੈ? ਐਡਵਾਂਸਿੰਗ ਫॉर वन, ਸ਼ੇਪਿੰਗ ਦਾ ਨੈਕਸਟ ਜਨਰੇਸ਼ਨ ਆਫ ਹਿਊਮਨਾਈਜ਼ਡ ਹੈਲਥ ਕੇਅਰ, ਠੀਕ ਹੈ। ਇਹ ਇਸ ਦਾ ਥੀਮ ਰਹੇਗਾ, ਇਹ ਵੀ ਇੰਪੋਰਟੈਂਟ ਹੈ ਬੱਚੇ। ਵਿਚ ਕੰਟਰੀ ਹੈਜ਼ ਆਰਗੇਨਾਈਜ਼ਡ ਵਰਲਡ ਪੀਸ ਫੋਰਮ 2022? ਕਿਸ ਦੇਸ਼ ਨੇ ਵਿਸ਼ਵ ਸ਼ਾਂਤੀ ਫੋਰਮ 2022 ਦਾ ਆਯੋਜਨ ਕੀਤਾ ਹੈ? ਉਹ ਕਿਸਨੇ ਕੀਤਾ ਹੈ ਬੱਚੇ? ਚਾਈਨਾ ਨੇ। ਕਿਸਨੇ ਕੀਤਾ? ਚਾਈਨਾ ਨੇ। ਵਰਲਡ ਪੀਸ ਫੋਰਮ, ਠੀਕ ਹੈ। ਸੋ ਯਾਦ ਰੱਖਣਾ ਵਰਲਡ ਪੀਸ ਫੋਰਮ 2022 ਕਿਸਨੇ ਦੁਆਰਾ ਕੀਤਾ? ਆਰਗੇਨਾਈਜ਼ਡ ਬਾਏ ਚਾਈਨਾ, ਯਾਨੀ ਸ਼ਿੰਗਹੁਆ ਯੂਨੀਵਰਸਿਟੀ ਨੇ। ਕਿਹੜੀ? ਸ਼ਿੰਗਹੁਆ ਯੂਨੀਵਰਸਿਟੀ ਨੇ ਚਾਈਨਾ ਦੇ ਵਿੱਚ। ਇਹਦੇ ਵਿੱਚੋਂ ਇੰਡੀਆ ਨੇ ਕਿਹਨੇ ਪਾਰਟਿਸਿਪੇਟ ਕੀਤਾ ਇਸ 'ਚੋਂ? ਇੰਡੀਆ ਦਾ ਜਿਹੜਾ ਅੰਬੈਸਡਰ ਹੈ ਚਾਈਨਾ ਦੇ ਵਿੱਚ, ਕੌਣ? ਪ੍ਰਦੀਪ ਕੁਮਾਰ ਰਾਵਤ। ਇਹ ਬਹੁਤ ਇੰਪੋਰਟੈਂਟ ਕੁਐਸਚਨ ਬਣੇਗਾ ਵੀ ਇੰਡੀਆ ਦਾ ਅੰਬੈਸਡਰ ਕਿਹੜਾ ਚਾਈਨਾ ਦੇ ਵਿੱਚ, ਕਿਉਂ? ਕਿਉਂਕਿ ਇਸ ਵਾਰੀ ਥੋੜ੍ਹਾ ਜਿਹਾ ਚਾਈਨਾ ਥੋੜ੍ਹਾ ਜਿਹਾ ਜ਼ਿਆਦਾ ਨਿਊਜ਼ ਦੇ ਵਿੱਚ ਹੈ, ਠੀਕ ਹੈ ਜੀ। ਸ਼ਿੰਗਹੁਆ ਯੂਨੀਵਰਸਿਟੀ ਦੇ ਵਿੱਚ ਹੋਇਆ ਸੀ ਵਰਲਡ ਪੀਸ ਫੋਰਮ 2022। ਇੰਡੀਆ ਫਸਟ ਐਵਰ ਐਨੀਮਲ ਹੈਲਥ ਸਮਿਟ ਕਿਹੜੀ ਸਿਟੀ ਦੇ ਵਿੱਚ ਹੋਈ ਹੈ? ਐਨੀਮਲ ਹੈਲਥ ਸਮਿਟ ਤਾਂ ਇਹ ਜਿਹੜੀ ਹੋਈ ਹੈ ਬੱਚੇ ਆਪਣੇ ਕੋਲ ਨਿਊ ਦਿੱਲੀ ਦੇ ਵਿੱਚ ਹੋਈ ਹੈ, ਠੀਕ ਹੈ। ਕਿਸਨੇ ਇਨੋਗ੍ਰੇਟਡ ਕੀਤਾ? ਪਰਸ਼ੋਤਮ ਰੂਪਲਾ ਨੇ, ਜੋ ਕਿ ਮਿਨਿਸਟਰੀ ਆਫ ਫਿਸ਼ਰੀਜ਼, ਐਨੀਮਲ ਐਂਡ ਹਸਬੈਂਡਰੀ ਡਾਇਰੀ ਦੇ ਉੱਪਰ ਹੈ, ਠੀਕ ਹੈ। ਇਹ ਵੀ ਰੱਖਣਾ ਵੀ ਪਰਸ਼ੋਤਮ ਰੂਪਲਾ ਕੌਣ ਹੈ? ਮਿਨਿਸਟਰ ਆਫ ਫਿਸ਼ਰੀਜ਼, ਐਨੀਮਲ ਹਸਬੈਂਡਰੀ ਐਂਡ ਡਾਇਰਿੰਗ ਸੋਰੀ। ਵਿਚ ਕੰਟਰੀ ਹੋਸਟ 12th ਵਰਲਡ ਟ੍ਰੇਡ ਆਰਗੇਨਾਈਜੇਸ਼ਨ ਮਿਨਿਸਟਰੀਅਲ ਕਾਨਫਰੰਸ? ਕਿਸ ਦੇਸ਼ ਨੇ 12ਵੀਂ ਵਿਸ਼ਵ ਵਪਾਰ ਸੰਗਠਨ ਮੰਤਰੀ ਪੱਧਰੀ ਕਾਨਫਰੰਸ ਦੀ ਮੇਜ਼ਬਾਨੀ ਕੀਤੀ? ਤਾਂ ਇਸ ਕੁਐਸਚਨ ਦਾ ਆਪਣਾ ਆਨਸਰ ਆਊਗਾ ਜਨੇਵਾ, ਸਵਿਟਜ਼ਰਲੈਂਡ ਨੇ। ਜਨੇਵਾ, ਸਵਿਟਜ਼ਰਲੈਂਡ ਨੇ। ਵਰਲਡ ਟ੍ਰੇਡ ਆਰਗੇਨਾਈਜੇਸ਼ਨ WTO ਦੀ ਫੁੱਲ ਫਾਰਮ ਕੀ ਹੈ? ਵਰਲਡ ਟ੍ਰੇਡ ਆਰਗੇਨਾਈਜੇਸ਼ਨ ਮਿਨਿਸਟਰੀਅਲ ਕਾਨਫਰੰਸ ਜਿਹੜੀ ਹੋਈ ਹੈ ਉਸ ਨੂੰ ਹੋਸਟ ਕੀਤਾ ਹੈ ਜਨੇਵਾ, ਸਵਿਟਜ਼ਰਲੈਂਡ ਨੇ। ਤੇ WTO ਹੈ ਕੀ ਹੈ? ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ, ਜਿਸ ਦੀ ਫਾਊਂਡੇਸ਼ਨ 1995 ਦੇ ਵਿੱਚ ਹੋਈ ਸੀ। ਇਸ ਦਾ ਹੈੱਡਕੁਆਟਰ ਜਨੇਵਾ, ਸਵਿਟਜ਼ਰਲੈਂਡ ਹੀ ਹੈ। ਡਾਇਰੈਕਟਰ ਜਨਰਲ ਕੌਣ ਹੈ? ਨਜੋਕੀ ਓਕੋਂਜੋ ਇਵਾਲਾ, ਠੀਕ ਹੈ। ਕਹਿੰਦਾ ਵਿਚ ਕੰਟਰੀ ਹੋਸਟਡ ਕਲਾਈਮੇਟ ਕਾਨਫਰੰਸ? ਤੇ ਥੋੜਾ ਜਿਹਾ ਕੁਐਸਚਨ ਗਲਤ ਹੈ, ਇਸਨੂੰ ਛੱਡ ਸਕਦੇ ਹੋ। ਵਿਚ ਕੰਟਰੀ ਹੋਸਟਡ ਯੂਨਾਈਟਿਡ ਨੇਸ਼ਨ ਓਸ਼ੀਅਨ ਕਾਨਫਰੰਸ 2022? ਕਿਸ ਦੇਸ਼ ਨੇ ਸੰਯੁਕਤ ਰਾਸ਼ਟਰ ਮਹਾਸਾਗਰ ਸੰਮੇਲਨ 2022 ਦੀ ਮੇਜ਼ਬਾਨੀ ਕੀਤੀ, ਠੀਕ ਹੈ। ਕਿਸਨੇ ਕੀਤੀ ਬੱਚੇ? ਤਾਂ ਓਸ਼ੀਅਨ ਯੂਨਾਈਟਿਡ ਨੇਸ਼ਨ ਕਿਸਨੇ ਕੀਤੀ ਹੋਈ ਦੇਖੋ ਜੀ। ਇੰਡੀਆ ਵੱਲੋਂ ਇਹ ਤੋਂ ਪਾਰਟਿਸਿਪੇਟ ਕੀਤਾ ਸੀ ਜਤਿੰਦਰ ਸਿੰਘ, ਜੋ ਕਿ ਮਿਨਿਸਟਰ ਆਫ ਸਟੇਟ ਐਂਡ ਮਿਨਿਸਟਰੀ ਅਰਥ ਸਾਇੰਸ ਦੇ ਨੇ। ਤੋ ਇਸ ਦਾ ਆਨਸਰ ਮੇਰੇ ਖਿਆਲ ਨਾਲ ਬੱਚੇ
ਇੰਡੀਆ ਸਪੇਨ 'ਚੋਂ ਹੈ? ਇੱਕ ਵਾਰੀ ਤੁਸੀਂ ਇਹਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਬੱਚੇ, ਠੀਕ ਹੈ। ਮੇਰੇ ਖਿਆਲ ਨਾਲ ਤਾਂ ਇੰਡੀਆ ਹੀ ਹੈ, ਠੀਕ ਹੈ। ਬਾਕੀ ਆਪਾਂ ਚੈੱਕ ਕਰ ਲੈਂਦੇ ਇੱਕ ਵਾਰ। ਵਿਚ ਸਿਟੀ ਹੋਸਟ 2023 ਇੰਟਰਨੈਸ਼ਨਲ ਓਲੰਪਿਕ ਕਮੇਟੀ ਸੈਸ਼ਨ? ਕਿਹੜਾ ਸ਼ਹਿਰ 2023 ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸੈਸ਼ਨ ਦੀ ਮੇਜ਼ਬਾਨੀ ਕਰੇਗਾ? ਕੌਣ ਕਰੇਗਾ ਬੱਚੇ? ਮੁੰਬਈ ਕਰੇਗਾ, ਠੀਕ ਹੈ। ਕਿਹੜਾ ਸ਼ਹਿਰ ਕਰੇਗਾ? ਮੁੰਬਈ। ਇੰਟਰਨੈਸ਼ਨਲ ਓਲੰਪਿਕ 2023 'ਚ ਕਮੇਟੀ ਸੈਸ਼ਨ ਹੈ ਇੰਟਰਨੈਸ਼ਨਲ ਓਲੰਪਿਕ ਕਮੇਟੀ, ਜਿਸ ਦਾ ਹੈੱਡਕੁਆਟਰ ਕੀ ਹੈ? ਲੁਸਾਨੇ ਸਵਿਟਜ਼ਰਲੈਂਡ ਦੇ ਵਿੱਚ ਹੈ, ਜਿਸ ਦਾ ਪ੍ਰੈਜ਼ੀਡੈਂਟ ਕੌਣ ਹੈ? ਥੋਮਸ ਬੈਚ। ਇਸ ਦੀ ਮੇਜ਼ਬਾਨੀ ਇੰਡੀਆ ਦੇ ਵਿੱਚ ਹੋਊਗੀ 2023 ਦੇ ਵਿੱਚ। ਕਿਹੜੀ ਸਿਟੀ ਦੇ ਵਿੱਚ? ਮੁੰਬਈ ਸਿਟੀ ਦੇ ਵਿੱਚ, ਠੀਕ ਹੈ। ਸੋ ਉਮੀਦ ਕਰਦਾ ਇੰਨਾ ਹੀ ਅੱਜ ਦੀ ਵੀਡੀਓ 'ਚ ਕਰਾਂਗੇ। ਤਾਂ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਫਰੈਂਡਸ ਨੂੰ ਵੀ ਸ਼ੇਅਰ ਕਰੋ। ਸੋ ਥੈਂਕ ਯੂ ਸੋ ਮਚ। ਅਤੇ ਇਹਨਾਂ ਵਿੱਚੋਂ ਕੁਐਸਚਨ ਆਊਗਾ ਹੀ ਆਊਗਾ।